ਪਾਉਂਦੇ, ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ। ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੇਰੇ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੁੜ ਗਏ ਨੇ ਦੂਜੇ ਪਾਸੇ, ਤੇ ਮੈਂ ਹਰਜੀਤ ਸਿੰਘ ਗਿੱਲ ਟੋਰਾਂਟੋ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਬ ਹਾਂ। ਕਾਲੋਂ ਸਾਹਿਬ ਵੀ ਟੋਰਾਂਟੋ ਤੋਂ ਹੀ ਤੁਹਾਡੇ ਨਾਲ ਗੱਲ ਕਰ ਰਹੇ ਨੇ, ਪਰ ਅਸੀਂ ਡਿਫਰੈਂਟ ਜਗ੍ਹਾ ਤੇ ਬੈਠ ਕੇ ਜਿਹੜੀ ਆ ਉਹ ਗੱਲ ਕਰ ਰਹੇ ਹਾਂ, ਦੋਨੋਂ ਸਟੂਡੀਓ 'ਚ ਨਹੀਂ। ਇਸ ਕਰਕੇ ਇਹ ਕਿਹਾ ਕਿ ਕਾਲੋਂ ਸਾਹਿਬ ਜੁੜ ਗਏ ਦੂਜੇ ਪਾਸਿਓਂ। ਸੋ ਤੁਹਾਡਾ ਅਸੀਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਤੇ ਨਾਲ ਹੀ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਲਖੀਮਪੁਰ ਖੀਰੀ ਦੀਆਂ ਘਟਨਾ ਦਾ ਚੱਕਰ ਲਗਾਤਾਰ ਚੱਲ ਰਿਹਾ, ਔਰ ਕਿਸਾਨ ਮੂਵਮੈਂਟ ਜਿਹੜੀ ਆ ਉਹਦੇ ਲਈ ਆਪਾਂ ਵੀ ਇੱਥੇ ਇੱਕ ਯਤਨ ਕਰ ਰਹੇ ਹਾਂ। ਜਿਹੜਾ ਅਸੀਂ ਗਰੁੱਪ ਬਣਾਇਆ ਹੋਇਆ ਉਹਦੇ ਲਈ ਇੱਕ ਮੀਟਿੰਗ ਰੱਖੀ ਆ ਤੁਸੀਂ ਇਸ ਤੋਂ ਬਾਅਦ ਫੌਰਨ ਬਾਅਦ। ਤੇ ਪਹਿਲਾਂ ਤਾਂ ਮੈਂ ਤੁਹਾਨੂੰ ਹੀ ਪੁੱਛਦਾ ਹਾਂ ਕਿ ਕਿਸ ਤਰ੍ਹਾਂ ਦਾ ਇਸ ਮੀਟਿੰਗ ਦਾ ਏਜੰਡਾ ਹੈ, ਔਰ ਕੀ ਅਸੀਂ ਜਿਹੜਾ ਪਲਾਨ ਕਰਨ ਜਾ ਰਹੇ ਹਾਂ ਸਾਰੇ ਜਣੇ ਮਿਲ ਕੇ ਸੋਚ ਕੇ। ਇਹਦਾ ਏਜੰਡਾ ਗਿੱਲ ਸਾਹਿਬ ਇਹ ਆ ਵੀ ਜਿਹੜੀ ਲਖੀਮਪੁਰ ਖੀਰੀ ਵਾਲੀ ਘਟਨਾ ਆ, ਇਹਨੇ ਸਾਰੀ ਦੁਨੀਆ ਦੇ ਵਿੱਚ ਇੱਕ ਬੜੀ ਤਰਥੱਲੀ ਮਚਾਈ ਇਸ ਕਰਕੇ ਕਿ ਬਹੁਤ ਹੀ ਇਹ ਦਰਦਨਾਕ ਔਰ ਮਾਰਮਿਕ ਤੇ ਬੜੀ ਸਾਜ਼ਿਸ਼ੀ ਢੰਗ ਨਾਲ ਜਿਹੜੀ ਘਟਨਾ ਇਹ ਕੀਤੀ ਗਈ ਆ। ਤੇ ਅਸੀਂ ਇਸ ਲਹਿਰ ਨੂੰ ਕਿਉਂਕਿ ਸ਼ੁਰੂ ਤੋਂ ਸਪੋਰਟ ਕਰਦੇ ਆ, ਫਾਰਮਰਜ਼ ਕਿਸਾਨ ਸਪੋਰਟ ਕਮੇਟੀ ਅਸੀਂ ਸ਼ੁਰੂ ਤੋਂ ਬਣਾਈ ਆ, ਤੇ ਉਹਦੇ ਲਈ ਅਸੀਂ ਇਹ ਪ੍ਰਪੋਜ਼ ਕਰ ਰਹੇ ਹਾਂ ਬਈ ਜਿਹੜਾ ਐਤਵਾਰ ਆ ਰਿਹਾ ਹੈਗਾ ਉਸ ਦਿਨ ਬਾਅਦ ਦੁਪਹਿਰ ਜਿਹੜਾ ਬੋਵੇਡ ਤੇ ਉਹ ਗਲਿੰਗਮ ਵਾਲੀ ਜਿਹੜਾ ਪਲਾਜ਼ਾ ਹੈਗਾ ਉੱਥੇ ਅਸੀਂ ਇਹਦੇ ਪ੍ਰੋਟੈਸਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਈਏ। ਤੇ ਉਹਦੇ ਲਈ ਅਸੀਂ ਜਿੱਥੇ ਆਪਣੇ ਗਰੁੱਪ ਦੇ ਵਿੱਚ ਸ਼ਾਮਲ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਹੈਗੀ ਆ, ਪੈਨਸ਼ਨਰਜ਼ ਐਸੋਸੀਏਸ਼ਨ ਆ, ਦੋ ਔਰਤਾਂ ਦੀਆਂ ਆਰਗੇਨਾਈਜੇਸ਼ਨਾਂ ਨੇ, ਦਿਸ਼ਾ ਤੇ ਸਿਰਜਣਹਾਰੀ, ਜਿਹਦੇ ਵਿੱਚ ਪ੍ਰੋਗਰੈਸਿਵ ਕੈਨੇਡੀਅਨ ਜਿਹੜੇ ਆ ਉਹ ਸ਼ਾਮਲ ਨੇ, ਤੇ ਨਾਲ ਦੀ ਨਾਲ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੀ ਸ਼ਾਮਲ ਹੈਗੀ ਆ। ਸੋ ਇਹ ਸਾਰੇ ਰਲ ਕੇ ਜਿਹੜੇ ਆ ਉਹ ਇਸ ਗਰੁੱਪ ਦੇ ਵਿੱਚ ਜਿਹੜੇ ਸ਼ਾਮਲ ਨੇ ਉਹਨਾਂ ਦਾ ਇਹ ਇਨੀਸ਼ੀਏਟਿਵ ਹੈਗਾ। ਔਰ ਅਸੀਂ ਜਿਹੜੇ ਪੰਜਾਬੀ ਜਾਂ ਕਿਸਾਨ ਪੱਖੀ ਜਾਂ ਜਿਹੜੇ ਲਖੀਮਪੁਰ ਖੀਰੀ ਦੀ ਘਟਨਾ ਜਿਹੜੀ ਆ ਉਹਦੀ ਨਿੰਦਿਆ ਕਰਨੀ ਚਾਹੁੰਦੇ ਆ, ਉਹਦਾ ਵਿਰੋਧ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਬਈ ਐਤਵਾਰ ਨੂੰ ਜਿਹੜਾ ਬਾਅਦ ਦੁਪਹਿਰ ਦਾ ਸਮਾਂ ਆ ਉਹ ਇਸ ਕੰਮ ਲਈ ਰਾਖਵਾਂ ਰੱਖਿਆ ਜਾਵੇ। ਤੇ ਅਸੀਂ ਵੱਖ-ਵੱਖ ਮਾਧਿਅਮਾਂ ਰਾਹੀਂ, ਆਪਣੇ ਜਿਹੜੇ WhatsApp ਗਰੁੱਪ ਆ ਉਹਨਾਂ ਰਾਹੀਂ, TV ਚੈਨਲਸ ਰਾਹੀਂ, ਰੇਡੀਓ ਰਾਹੀਂ, ਜਿਹੜੇ 2 ਦਿਨ ਹੈਗੇ ਆ ਆਉਣ ਵਾਲੇ, ਕੱਲ੍ਹ ਸ਼ੁੱਕਰਵਾਰ ਤੇ ਪਰਸੋਂ ਸ਼ਨੀਚਰਵਾਰ, ਇਸ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ, ਇਸ ਸੰਬੰਧ ਦੇ ਵਿੱਚ ਜਾਣਕਾਰੀ ਦੇਵਾਂਗੇ। ਤੇ ਆਪਣੇ ਅਦਾਰੇ ਵੱਲੋਂ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ TV ਪੰਜਾਬੀ ਦੁਨੀਆ ਜਿਹੜਾ ਆ ਉਹ ਵੀ ਦੁਨੀਆ ਭਰ ਦੇ ਉਹਨਾਂ ਲੋਕਾਂ ਵਿੱਚ ਸ਼ਾਮਲ ਆ ਜਿਹੜੇ ਕਿਸਾਨਾਂ ਦੀ ਸਪੋਰਟ ਤਾਂ ਕਰਦੇ ਹੀ ਕਰਦੇ ਆ। ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਭਾਰਤ ਦੀ ਫਾਸ਼ੀਵਾਦੀ ਗੌਰਮੈਂਟ ਨੇ ਇੱਕ ਸਾਜ਼ਿਸ਼ ਅਧੀਨ ਬੜੀ ਬੇਰਹਿਮੀ ਨਾਲ ਜਿਹੜੇ ਸ਼ਾਂਤੀਪੂਰਵਕ ਤੁਰੇ ਜਾ ਰਹੇ ਕਿਸਾਨ ਨੇ ਉਹਨਾਂ ਦੇ ਉੱਤੇ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਦਰੜਿਆ, ਔਰ ਉਹਨਾਂ ਨੂੰ ਨਹੀਂ ਦਰੜਿਆ, ਭਾਰਤ ਦੀ ਆਤਮਾ ਨੂੰ ਦਰੜਿਆ। ਜਿਹੜੀ ਕਿਸਾਨ ਲਹਿਰ ਆ ਉਹਦੀ ਆਤਮਾ ਨੂੰ ਦਰੜਿਆ, ਔਰ ਜਿੰਨੇ ਵੀ ਜਾਗਰੂਕ ਲੋਕ ਨੇ, ਸੰਵੇਦਨਸ਼ੀਲ ਨੇ, ਉਹਨਾਂ ਸਭਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਦਰੜ ਦਿੱਤਾ ਆ। ਅਸੀਂ ਉਸ ਗੱਲ ਦੀ ਨਿੰਦਾ ਕਰਦੇ ਹਾਂ ਜੀ। ਬਿਲਕੁਲ, ਨਿੰਦਾ ਤੋਂ ਵੀ ਆਪਣੇ ਕਾਲੋਂ ਸਾਹਿਬ ਗੱਲ ਅੱਗੇ ਵੱਧ ਚੁੱਕੀ ਆ ਕਿ ਇੰਨਾ ਕੁ ਜ਼ਿਆਦਾ ਦੁੱਖ ਹੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਕਿ ਅਸੀਂ ਕਹਿੰਦੇ ਆ ਕਿ ਮਾਡਰਨ ਏਜ ਦੇ ਵਿੱਚ ਜਿਹੜਾ ਡੈਮੋਕ੍ਰੇਟਿਕ ਸਿਸਟਮ ਹੈ ਇਹ ਆਮ ਲੋਕਾਂ ਲਈ, ਲੋਕਾਂ ਵਾਸਤੇ ਬਣਿਆ ਹੋਇਆ ਵਿਧਾਨ ਹੁੰਦਾ, ਤੇ ਜਿਹੜੇ ਸਾਡੇ ਸੇਵਾਦਾਰ ਅਸੀਂ ਚੁਣ ਕੇ ਭੇਜਦੇ ਹਾਂ ਉਹ ਹਾਕਮਾਂ ਦੀ ਤਰ੍ਹਾਂ ਪੁਰਾਣੇ ਕਿੰਗਡਮ ਤੋਂ ਵੀ ਭੈੜੇ ਤਰੀਕੇ ਨਾਲ ਜਿਹੜਾ ਬਿਹੇਵੀਅਰ ਉਹਨਾਂ ਲੋਕਾਂ ਪ੍ਰਤੀ ਕਰਦੇ ਨੇ। ਹੈਰਾਨੀ ਹੁੰਦੀ ਆ ਕਿ ਇੰਨੀ ਵੱਡੀ ਘਟਨਾ ਹੋ ਜੇ
ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਭੈਣੋ ਭਾਈਓ ਆ ਕੇ ਕਰਦਾ ਬਾਰ-ਬਾਰ ਆਪਣੇ ਸਕਰੀਨ ਤੇ ਚਿਹਰਾ ਦਿਖਾਉਂਦਾ ਹੈ, ਤੇ ਉਸ ਵਿਅਕਤੀ ਦੇ ਮੂੰਹੋਂ ਇੱਕ ਸ਼ਬਦ ਅਫਸੋਸ ਦਾ ਨਹੀਂ ਨਿਕਲਿਆ। ਇੱਕ ਐਕਸੀਡੈਂਟ ਹੁੰਦਾ ਆ ਯੂਪੀ 'ਚ, ਇੱਕ ਸ਼ਾਇਦ ਐਕਸੀਡੈਂਟ ਹੋਇਆ, ਕੁਝ ਮੌਤਾਂ ਹੋਈਆਂ, ਉਹਦੇ ਤੇ ਫੌਰਨ ਬਿਆਨ ਆ ਗਿਆ ਉਹਨਾਂ ਦਾ ਤੇ ਨਾਲ ਦੀ ਨਾਲ ਮੁਆਵਜ਼ਾ ਵੀ ਤੈਅ ਕਰ ਦਿੱਤਾ ਗਿਆ। ਗੱਲ ਇਹ ਆ ਕਿ ਜਿੱਥੇ ਜਿਹੜੀ ਕੋਈ ਸੰਵੇਦਨਾ ਦੀ ਲੋੜ ਹੈ, ਜਿੱਥੇ ਕੋਈ ਲੱਗੇ ਕਿ ਇਹ ਜਿਹੜੇ ਲੋਕ ਨੇ ਇਹ ਕਿਤੇ ਨਾ ਕਿਤੇ ਸਾਡੇ ਆਪਣੇ ਚੁਣੇ ਹੋਏ ਲੋਕ ਨੇ, ਉੱਥੇ ਬਿਲਕੁਲ ਅੱਖਾਂ ਮੀਟ ਕੇ ਤੇ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿੱਦਾਂ ਕਿਸੇ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾ ਸਕਦਾ। ਹਿਊਮਨ ਲਾਈਫ ਜਿਹੜੀ ਆ, ਜਦੋਂ ਆਰਮੀ 'ਚ ਜੰਗਾਂ ਹੁੰਦੀਆਂ ਨੇ, ਜਿੰਨਾ ਚਿਰ ਲੜਾਈ ਹੁੰਦੀ ਹੈ, ਇੱਕ ਦੂਜੇ ਨੂੰ ਗੋਲੀ ਮਾਰੀ ਜਾਂਦੀ ਆ, ਜਦੋਂ ਗੋਲੀ ਵੱਜ ਕੇ ਫੱਟੜ ਹੋ ਜਾਂਦਾ ਤੇ ਉਹਨੂੰ ਚੁੱਕ ਕੇ ਹਸਪਤਾਲ ਦੂਜੇ ਜਿਹੜੇ ਆ ਉਹ ਵੀ ਪਹੁੰਚਾਉਂਦੇ ਨੇ ਜਿਹੜੇ ਵਿਰੋਧੀ ਸੈਨਿਕ ਹੁੰਦੇ ਆ। ਇੱਕ ਲਾ ਹੁੰਦਾ ਵਾ, ਲੜਾਈ ਦੇ ਵੀ ਨਿਯਮ ਹੁੰਦੇ ਆ। ਸੋ ਇਹਨਾਂ ਤੇ ਸਾਰੇ ਹੀ ਨਿਯਮ ਛਿੱਕੇ ਟੰਗ ਦਿੱਤੇ ਨੇ। ਜਿੱਥੇ ਲਖੀਮਪੁਰ ਇਹ ਘਟਨਾ ਹੋਈ ਆ, ਹਰਿਆਣੇ 'ਚ ਅੰਬਾਲੇ 'ਚ ਅਗੇਨ ਉਹੀ ਕਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਵਿੱਚ ਵੀ ਇੱਕ MP ਜਿਹੜਾ ਸ਼ਾਇਦ ਉਹ ਇਨਵੋਲਵ ਹੈ। ਯਾਨੀ ਕਿ ਉਹਨਾਂ ਨੇ ਹੁਣ ਸਿੱਧੇ ਤੌਰ ਤੇ ਇੱਕ ਦਹਿਸ਼ਤਗਰਦੀ ਵਾਲੀ ਜੰਗ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਦੇ ਖਿਲਾਫ, ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਡਰਾ ਕੇ ਸ਼ਾਇਦ ਅਸੀਂ ਘਰਾਂ 'ਚ ਭੇਜ ਸਕਦੇ ਹਾਂ। ਇਹ ਗਿੱਲ ਸਾਹਿਬ RSS 1925 ਦੀ ਹੋਂਦ ਵਿੱਚ ਆਈ ਹੈਗੀ ਆ, ਔਰ 1925 ਤੋਂ ਲੈ ਕੇ ਤੇ 1947 ਤੱਕ ਦੇਸ਼ ਦੀ ਆਜ਼ਾਦੀ ਲਈ ਜਿਹੜਾ ਸੰਘਰਸ਼ ਚੱਲਦਾ ਰਿਹਾ। ਵੈਸੇ ਤਾਂ ਜਦੋਂ ਤੋਂ ਹੀ ਸੰਘਰਸ਼ ਚੱਲਿਆ 1857 ਤੋਂ, ਫਿਰ 70 'ਚ, ਫਿਰ ਜਿਹੜੀ 20ਵੀਂ ਸਦੀ ਚੜ੍ਹੀ ਆ ਉਹਦੇ 'ਚ, ਪਰੰਤੂ ਜਿਹੜੇ 1925 ਤੋਂ ਲੈ ਕੇ ਤੇ 1947 ਤੱਕ ਦੇ ਸਾਲ ਆ, ਇਹਨਾਂ 'ਚ ਗਿੱਲ ਸਾਹਿਬ ਭਾਰਤ ਦੇ ਵਿੱਚ ਆਜ਼ਾਦੀ ਦੀ ਲਹਿਰ ਜਿਹੜੀ ਆ ਉਹ ਜ਼ੋਰਾਂ ਤੇ ਸੀਗੀ। ਇਸੇ ਦੌਰਾਨ ਹੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਜਿਹੜੇ ਬੋਲੇ ਹਾਕਮ ਆ ਉਹਨਾਂ ਨੂੰ ਜਗਾਉਣ ਦਾ ਯਤਨ ਕੀਤਾ ਸੀਗਾ। ਇਸੇ ਸਮੇਂ 1930 ਦੇ ਵਿੱਚ ਕਾਂਗਰਸ ਪਾਰਟੀ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀਗਾ, ਤੇ ਇਸੇ ਦੌਰਾਨ ਹੀ ਜਿਹੜਾ ਭਾਰਤ ਛੱਡੋ ਅੰਦੋਲਨ ਹੈਗਾ ਉਹ ਹੋਇਆ। ਤੇ ਇਹਨਾਂ ਸਾਲਾਂ ਦੇ ਵਿੱਚ ਇਸ ਜਥੇਬੰਦੀ ਨੇ ਜਿਹੜੀ ਹਿੰਦੂਤਵ ਦੀ ਨੁਮਾਇੰਦਗੀ ਕਰਦੀ ਆ, ਉਹਨਾਂ ਨੇ ਇਹ ਨਾਅਰਾ ਦਿੱਤਾ ਸੀਗਾ ਕਿ ਸਾਨੂੰ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਆਪਣੀ ਤਾਕਤ ਜਿਹੜੀ ਆ ਉਹ ਨਹੀਂ ਖਰਚਣੀ ਚਾਹੀਦੀ। ਅਸੀਂ ਇਹ ਖਰਚਾਂਗੇ ਬਾਅਦ ਦੇ ਵਿੱਚ ਹਿੰਦੂ ਰਾਜ ਸਥਾਪਿਤ ਕਰਨ ਲਈ, ਜਿਹਦੇ ਵਿੱਚ ਅਸੀਂ ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ, ਕਮਿਊਨਿਸਟਾਂ ਨੂੰ ਇੱਥੋਂ ਦੇਸ਼ ਚੋਂ ਬਾਹਰ ਕਰਾਂਗੇ, ਖਤਮ ਕਰਾਂਗੇ। ਸੋ ਇਸ ਕਰਕੇ ਇਹਨਾਂ ਤੋਂ ਇਹ ਜਿਹੜੀ ਆ ਨਾ, ਹੁਣ ਉਹਨਾਂ ਨੇ ਆਪਣਾ ਜਿਹੜਾ ਫਾਸ਼ੀਵਾਦੀ ਚਿਹਰਾ ਹੈਗਾ, ਜਿਹਦੇ ਅਭਿਆਸ ਉਹ ਸਾਰੀ ਉਮਰ ਕਰਦੇ ਰਹੇ ਆ, ਹਥਿਆਰਾਂ ਦਾ ਮੁਜ਼ਾਹਰਾ ਕਰਦੇ ਰਹੇ ਆ, ਦੁਸਹਿਰੇ ਨੂੰ ਉਹ ਪੂਜਾ ਕਰਦੇ ਆ ਹਥਿਆਰਾਂ ਦੀ, ਉਹ ਹਥਿਆਰ ਜਿਹੜੇ ਆ ਨਾ, ਇੰਨੇ ਚਿਰਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਹੁਣ ਉਹਨਾਂ ਨੇ 21ਵੀਂ ਸਦੀ ਦੇ ਵਿੱਚ ਵਰਤਣੇ ਸ਼ੁਰੂ ਕਰ ਦਿੱਤੇ ਆ। ਖਾਸ ਕਰਕੇ ਜਦੋਂ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਆ ਸਰਕਾਰ ਬਣੀ ਆ, ਇਹ ਪ੍ਰਧਾਨ ਮੰਤਰੀ ਬਣੇ ਆ, ਇਹਨਾਂ ਨੇ ਜਿਹੜੇ ਕੁਝ ਸਾਫਟ ਕਾਰਨਰ ਰੱਖਦੇ ਸੀਗੇ ਹਿੰਦੂ, ਜਾਂ ਜਿਨ੍ਹਾਂ ਨੂੰ ਅਸੀਂ ਉਦਾਰਵਾਦੀ ਕਹਿੰਦੇ ਆ, ਉਹਨਾਂ ਨੂੰ ਲਾਂਭੇ ਕਰਕੇ ਤੇ ਜਿਹੜੇ RSS ਦੇ ਪੱਕੇ ਠੱਕੇ ਆ ਉਹਨਾਂ ਨੂੰ ਅੱਗੇ ਲਿਆਂਦਾ ਹੈਗਾ। ਔਰ ਨਾ ਕੇਵਲ ਭਾਰਤ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਆ ਤੇ ਗ੍ਰਹਿ ਮੰਤਰੀ ਦੀ ਕੁਰਸੀ ਆ ਉਹੀ ਉਹਦੇ ਤੇ ਹੀ ਕਬਜ਼ਾ ਕੀਤਾ ਹੈ, ਬਲਕਿ ਅਗਾਂਹ ਜਿਹੜੇ ਆ ਉਹ ਵੀ ਸਾਰੇ ਦੇ ਸਾਰੇ ਉਸ ਕਿਸਮ ਦੇ ਜਿਹੜੇ ਆ ਉਹ ਭਰਤੀ ਕਰ ਲਏ ਆ। ਹੁਣ ਤੁਸੀਂ ਦੇਖੋ, ਤੁਸੀਂ ਪਿਛਲੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਜੋੜ ਕੇ ਦੇਖੋ। ਇੱਕ ਘਟਨਾ ਕਰਨਾਲ ਦੇ ਵਿੱਚ ਹੋਈ ਸੀਗੀ, ਜਿੱਥੇ SDM ਦੀ ਜਿਹੜੀ ਇੱਕ ਸੀਗੀ ਵਾਇਰਲ ਹੋ ਗਈ ਵੀਡੀਓ, ਜਿਹਦੇ ਵਿੱਚ ਉਹ ਕਹਿ ਰਿਹਾ ਵੀ ਬੇਸ਼ੱਕ ਸਿਰ ਪਾੜ ਦਿਓ। ਸਿਰ ਪਾੜ ਦਿਓ ਦਾ ਮਤਲਬ ਹੁੰਦਾ ਵੀ ਆਉਣ ਨਹੀਂ ਦੇਣਾ, ਮਾਰ ਦਿਓ ਬੇਸ਼ੱਕ। ਇਸੇ ਹੀ ਤਰ੍ਹਾਂ ਤੁਸੀਂ ਹੁਣ ਅੰਬਾਲੇ ਵਾਲੀ ਗੱਲ ਵੀ ਕਰ ਰਹੇ ਹੈਗੇ ਹੋ। ਔਰ ਜਿਹੜੇ ਖੱਟੜ ਸਾਹਿਬ ਨੇ ਹਰਿਆਣੇ ਦੇ ਮੁੱਖ ਮੰਤਰੀ, ਉਹ ਸ਼ਰੇਆਮ ਕਹਿ ਰਹੇ ਆ ਬਈ ਕਿਸਾਨ ਲਹਿਰ ਨਾਲ ਮੁਕਾਬਲਾ ਕਰਨ ਦਾ, ਕਿਸਾਨ ਲਹਿਰ ਜਿਹੜੀ ਆ ਜਾਂ ਕਿਸਾਨਾਂ ਦੀ ਮੂਵਮੈਂਟ ਆ, ਕਿਸਾਨ ਤਾਂ ਇੱਕ ਕਿਸਮ ਦਾ ਸੱਤਿਆਗ੍ਰਹਿ ਕਰ ਰਹੇ ਆ, ਉਹ ਕੋਈ ਤਾਕਤ ਦੀ ਵਰਤੋਂ ਨਹੀਂ ਕਰ ਰਹੇ। ਉਹਨਾਂ ਦੇ ਕੋਲ ਕੇਵਲ ਤੇ ਕੇਵਲ ਉਹ ਡੰਡਾ ਹੁੰਦਾ ਜਿਹੜਾ ਝੰਡੇ ਦੇ ਵਿੱਚ ਆ, ਔਰ ਉਹ ਵੀ ਝੰਡੇ ਦੀ ਸਪੋਰਟ ਲਈ ਵਰਤਿਆ ਜਾਣ ਵਾਲਾ ਡੰਡਾ ਹੁੰਦਾ ਆ, ਉਹ ਕੋਈ ਤਾਕਤ ਲਈ ਵਰਤਿਆ ਜਾਣ ਵਾਲਾ ਡੰਡਾ ਨਹੀਂ ਹੁੰਦਾ। ਔਰ ਕਿਸਾਨ ਲਹਿਰ ਨੇ ਸ਼ੁਰੂ ਤੋਂ ਹੀ ਇਹ ਆਪਣਾ ਜਿਹੜਾ ਹੈਗਾ ਟੀਚਾ ਰੱਖਿਆ ਹੈਗਾ
ਕਿ ਬਈ ਅਸੀਂ ਆਪਣਾ ਅੰਦੋਲਨ ਜਿਹੜਾ ਉਹ ਸ਼ਾਂਤਮਈ ਕਰਨਾ ਹੈਗਾ। ਤੇ ਖੱਟੜ ਸਾਹਿਬ ਵੀ ਇਦਾਂ ਦੇ ਨਾਅਰੇ ਦੇ ਰਹੇ ਆ। ਔਰ ਜਿਹੜੇ ਸਾਡੇ ਗ੍ਰਹਿ ਰਾਜ ਮੰਤਰੀ ਆ, ਜਿਹੜੇ ਕਿ ਕਹਿੰਦੇ ਬੜੇ ਵਧੀਆ ਪਿਛੋਕੜ ਵਾਲੇ ਆ, ਹਿਸਟਰੀ ਸ਼ੀਟਰ ਨੇ ਕਤਲ ਦੇ ਮਾਮਲੇ ਦੇ ਵਿੱਚ, ਉਹ ਅਜੇ ਵੀ ਉਹਨਾਂ ਤੇ ਮੁਕੱਦਮਾ ਚੱਲਦਾ ਆ। ਤੇ ਉਹ ਭਾਰਤ ਦੇ ਗ੍ਰਹਿ ਰਾਜ ਮੰਤਰੀ ਨੇ, ਔਰ ਉਹ ਕੀ ਭਾਸ਼ਣ ਦਿੰਦੇ ਆ, ਉਹ ਵੀਡੀਓ ਵਾਇਰਲ ਹੁੰਦੀ ਆ ਬਈ ਮੈਂ ਰਾਜ ਮੰਤਰੀ ਬਾਅਦ 'ਚ ਆ, ਪਾਰਲੀਮੈਂਟ ਦਾ ਮੈਂਬਰ ਬਾਅਦ ਚ ਆ, MLA ਮੈਂ ਬਾਅਦ 'ਚ ਆ, ਪਹਿਲਾਂ ਮੈਂ ਇੱਕ ਬਦਮਾਸ਼ ਲੱਠ ਮਾਰਿਆ ਜਿਹਦੇ ਬਾਰੇ ਤੁਸੀਂ ਜਾਣਦੇ ਹੋ, ਤੇ ਤੁਸੀਂ ਯੂਪੀ ਤੁਹਾਨੂੰ ਛੱਡਣੀ ਪੈ ਜਾਏਗੀ ਮੇਰੇ ਹੱਥ ਜਦੋਂ ਤੁਸੀਂ ਦੇਖੇ। ਤੇ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਗਿੱਲ ਸਾਹਿਬ, ਔਰ ਜਿਹੜੀਆਂ 26 ਜਨਵਰੀ ਨੂੰ ਸਾਜ਼ਿਸ਼ ਹੋਈ ਸੀਗੀ, ਇਹ ਸਾਰੀਆਂ ਮਿਲ ਕੇ ਮੈਨੂੰ ਮਹਿਸੂਸ ਹੁੰਦਾ ਹੈਗਾ ਕਿ RSS ਨੇ ਕੇਂਦਰੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਉਹਦੇ ਵਿੱਚ ਇਹ ਫੈਸਲਾ ਲੈ ਲਿਆ ਆ ਕਿ ਦੇਸ਼ ਦੇ ਵਿੱਚ ਕੋਈ ਵਿਰੋਧੀ ਰਹਿਣ ਨਹੀਂ ਦੇਣਾ, ਕੋਈ ਲਹਿਰ ਚੱਲਣ ਨਹੀਂ ਦੇਣੀ, ਔਰ ਕੁੱਟ ਕੇ ਮਾਰ ਕੇ ਜਿਹੜੀਆਂ ਪਹਿਲਾਂ ਘਟਨਾਵਾਂ ਹੋਈਆਂ ਦਿੱਲੀ ਦੇ ਵਿੱਚ, ਜਦੋਂ ਨਾਗਰਿਕਤਾ ਕਾਨੂੰਨ ਦੇ ਖਿਲਾਫ ਐਜੀਟੇਸ਼ਨ ਚੱਲਦੀ ਸੀਗੀ, ਜਾਂ ਜਦੋਂ 370 ਧਾਰਾ ਤੋੜੀ ਆ, ਤੇ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਕੀਤਾ ਗਿਆ, ਜਾਂ ਰੀਸੈਂਟਲੀ ਹੁਣ ਜੰਮੂ ਕਸ਼ਮੀਰ ਦੇ ਵਿੱਚ ਪਤਾ ਇਹ ਲੱਗਾ, ਕਿਹਾ ਇਹ ਜਾਂਦਾ ਬਈ ਇੱਕ ਸਾਜ਼ਿਸ਼ ਦੇ ਅਧੀਨ ਇੱਕ ਸਿੱਖ ਅਧਿਆਪਕ ਤੇ ਇੱਕ ਹਿੰਦੂ ਅਧਿਆਪਕ ਦਾ ਕਤਲ ਜਿਹੜਾ ਉਹ ਇੱਕ ਸਾਜ਼ਿਸ਼ ਦੇ ਅਧੀਨ ਕੀਤਾ ਗਿਆ, ਤਾਂ ਕਿ ਇਹ ਜਿਹੜੇ ਕਾਰੇ ਹੈਗੇ ਆ ਇਸ ਕਿਸਮ ਦੇ ਕੀਤੇ ਜਾਣ। ਔਰ ਜਿਹੜੀ ਲਖੀਮਪੁਰ ਖੀਰੀ ਵਾਲੀ ਘਟਨਾ ਹੈਗੀ ਆ, ਉਹਦੇ 'ਚ ਤੁਸੀਂ ਇਹ ਦੇਖੋ ਕਿ ਇਹ ਇੱਕ ਗਨੀਮਤ ਕਹਿ ਲਓ, ਜਾਂ ਜਿਹੜਾ ਸੋਸ਼ਲ ਮੀਡੀਆ ਆ ਉਹਦੀ ਪ੍ਰਾਪਤੀ ਕਹਿ ਲਓ, ਕਿ ਉਸ ਵੇਲੇ ਭਾਵੇਂ ਕਿ ਨੈੱਟ ਬੰਦ ਸੀ, ਸਭ ਕੁਝ ਬੰਦ ਸੀ, ਕਿਸੇ ਨੇ ਉਹ ਜਿਹੜੀਆਂ ਵੀਡੀਓਜ਼ ਬਣਾ ਲਈਆਂ, ਖਾਸ ਕਰਕੇ ਉਹ ਵੀਡੀਓ ਜਿਹਦੇ ਵਿੱਚ ਕਿਸਾਨ ਜਿਹੜੇ ਆ ਉਹ ਵਾਪਸ ਘਰਾਂ ਨੂੰ ਜਾ ਰਹੇ ਆ। ਤੇ ਅੱਜ ਮੈਂ ਇੱਕ ਵੀਡੀਓ ਵੇਖੀ ਹੈ ਗਿੱਲ ਸਾਹਿਬ, ਉਹਦੇ 'ਚ ਕਿਸਾਨ ਕੇਵਲ ਘਰਾਂ ਨੂੰ ਹੀ ਨਹੀਂ ਜਾ ਰਹੇ, ਉਹ ਜਿਹੜੇ BJP ਦੇ ਵਹੀਕਲਸ ਨੇ ਉਹਨਾਂ ਨੂੰ ਉਹ ਰਾਹ ਦੇ ਰਹੇ ਨੇ, ਉਹਨਾਂ ਨੂੰ ਮਤਲਬ ਜਾਣ ਲਈ ਉਹਨਾਂ ਦਾ ਰਾਹ ਪੱਧਰਾ ਕਰ ਰਹੇ ਆ। ਔਰ ਜਿਹੜੀ 28 ਸਕਿੰਟ ਦੀ ਵੀਡੀਓ ਜਿਹੜੀ ਆ, ਜਿਹਦੇ ਤੇ ਆਪਣੇ ਸਾਡੇ ਬਹੁਤ ਲੋਕ ਪੱਖੀ ਤੇ ਪ੍ਰਸਿੱਧ ਪੱਤਰਕਾਰ NDTV TV ਦੇ ਜਿਹੜੇ ਰਵੀਸ਼ ਕੁਮਾਰ ਹੁਣਾਂ ਨੇ ਕਮੈਂਟਰੀ ਕੀਤੀ ਆ, ਉਹ ਜਿਹੜੀ ਵੀਡੀਓ ਆ ਜੀ, ਉਹ ਦੇਖੋ, ਜੇ ਨਾ ਹੋਵੇ ਤਾਂ ਫਿਰ ਇਹਨਾਂ ਨੇ ਸਰਕਾਰ ਨੇ, ਯੂਪੀ ਸਰਕਾਰ ਨੇ, ਭਾਰਤ ਸਰਕਾਰ ਨੇ, ਤੇ ਇਹਨਾਂ ਦੇ ਜਿਹੜੇ ਫਾਸ਼ੀਵਾਦੀ ਮੰਤਰੀ ਆ, ਉਹਨਾਂ ਨੇ ਬਿਲਕੁਲ ਆਪਣਾ ਜਿਹੜਾ ਉਹ ਬਿਲਕੁਲ ਆਪਣੇ ਆਪ ਨੂੰ ਬਰੀ ਕਰ ਲਿਆ ਸੀਗਾ ਕਿ ਜੀ ਨਾ ਮੇਰਾ ਮੁੰਡਾ ਉੱਥੇ ਸੀਗਾ, ਨਾ ਉਹਦਾ ਕੋਈ ਦੋਸਤ ਉੱਥੇ ਸੀਗਾ, ਨਾ ਕੋਈ ਗੱਡੀ ਉੱਥੇ ਸੀਗੀ। ਸੋ ਇਹ ਸੋਸ਼ਲ ਮੀਡੀਆ ਦੀ ਬਦੌਲਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ। ਔਰ ਸੁਪਰੀਮ ਕੋਰਟ ਨੂੰ ਵੀ ਇਹ ਸੂਓ ਮੋਟੋ ਲੈਣਾ ਪਿਆ, ਔਰ ਉਹਨਾਂ ਨੇ ਜਿਹੜੀ ਗਰਾਊਂਡ ਜ਼ੀਰੋ ਰਿਪੋਰਟ ਹੈਗੀ ਆ ਉਹ ਮੰਗੀ ਆ। ਔਰ ਉਹਦੇ ਵਿੱਚ ਤੁਸੀਂ ਦੇਖੋ ਸਿਤਮ ਜ਼ਰੀਫੀ, ਕਿ ਕੋਈ ਆਮ ਮੁਕੱਦਮਾ ਬਣਿਆ ਹੋਵੇ ਨਾ ਕਿਸੇ ਤੇ ਉਹਨੂੰ ਫੜਨਾ ਹੋਵੇ ਤਾਂ ਕੋਈ ਭਾਵੇਂ ਛੋਟਾ ਮੋਟਾ ਮੁਜਰਮ ਵੀ ਹੋਵੇ, ਉਹਨਾਂ ਦੇ ਸਾਰੇ ਘਰਦਿਆਂ ਨੂੰ ਫੜ ਲਿਆਉਂਦੇ ਆ, ਉਹਨਾਂ ਦਾ ਡੰਗਰ ਵੱਛਾ ਖੋਲ ਲਿਆਉਂਦੇ ਆ। ਤੇ ਇੱਕ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਜਿਹੜਾ ਕਿ ਸ਼ਰੇਆਮ ਗ੍ਰਹਿ ਰਾਜ ਮੰਤਰੀ ਵੀ ਧਮਕੀਆਂ ਦਿੰਦਾ, ਤੇ ਉਹਦਾ ਮੁੰਡਾ ਵੀ, ਉਹਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਔਰ ਇਹ ਕਿਹਾ ਗਿਆ ਵੀ ਇਹ ਨੋਟਿਸ ਲਾਤਾ ਜੀ, ਉਹ ਹੁਣ ਪੁਲਿਸ ਲਾਈਨ ਦੇ ਵਿੱਚ ਆਣ ਕੇ ਆਪਣੇ ਬਿਆਨ ਦਰਜ ਕਰਾਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਦੱਸਦੀਆਂ ਪਈ ਸਰਕਾਰ ਜਿਹੜੀ ਆ ਉਹ ਕਿਹੜੇ ਰਾਹ ਤੇ ਤੁਰੀ ਆ। ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਤਾਂ ਕੀ ਕਰਨੀ ਆ, ਉਹਨਾਂ ਨੇ ਤਾਂ ਇਹ ਤਹਈਆ ਕੀਤਾ ਵੀ ਅਸੀਂ ਹਰ ਵਿਰੋਧੀ ਨੂੰ, ਹਰ ਵਿਰੋਧੀ ਵਿਅਕਤੀ ਨੂੰ, ਹਰ ਵਿਰੋਧੀ ਵਿਚਾਰਧਾਰਾ ਨੂੰ, ਹਰ ਵਿਰੋਧੀ ਲਹਿਰ ਨੂੰ ਅਸੀਂ ਖਤਮ ਕਰਨਾ ਆ। ਪਰੰਤੂ ਅਸੀਂ ਜਿਵੇਂ ਸ਼ੁਰੂ ਤੋਂ ਸੁਣਦੇ ਆ, ਜਦੋਂ ਤੋਂ ਇਹ ਦੁਨੀਆ ਸਾਜੀ ਗਈ ਆ, ਕਿ ਨੇਕੀ ਤੇ ਬਦੀ ਹਰ ਵੇਲੇ ਰਹੀਆਂ ਨੇ, ਪਰੰਤੂ ਬਦੀ ਜਿਹੜੀ ਆ ਉਹ ਫਲਦੀ ਜ਼ਰੂਰ ਆ, ਪਰੰਤੂ ਜਿੱਤ ਮੁੜ ਕੇ ਨੇਕੀ ਦੀ ਹੁੰਦੀ ਆ। ਹੁਣ ਵੀ ਤੁਸੀਂ ਦੇਖੋ ਕਿ ਇਹਨਾਂ ਨੇ ਨਿਹੱਥੇ ਲੋਕਾਂ ਨੂੰ, ਸੱਤਿਆਗ੍ਰਹਿ ਕਰ ਲਏ ਲੋਕਾਂ ਨੂੰ, ਜਾਣ ਵਾਲਿਆਂ ਨੂੰ
ਕਿਵੇਂ ਪਿੱਛੋਂ ਬੇਰਹਿਮੀ ਨਾਲ ਉਹਨਾਂ ਦੇ ਵਿੱਚ ਗੱਡੀਆਂ ਮਾਰ ਕੇ ਉਹ ਬਜ਼ੁਰਗ ਆਦਮੀ ਤੁਸੀਂ ਦੇਖੋ ਕਿਦਾਂ ਡਿੱਗਦਾ। ਇਹਦਾ ਮਤਲਬ ਇਹ ਆ ਕਿ ਉਹ ਵਿਚਾਰਾ ਬਿਲਕੁਲ ਉਹਨੂੰ ਪਤਾ ਹੀ ਨਹੀਂਗਾ ਕਿ ਕੋਈ ਮੈਨੂੰ ਪਿੱਛੋਂ ਮਾਰਨ ਲੱਗਾ ਆ। ਉਹ ਬਿਲਕੁਲ ਉਹਨੂੰ ਕੋਈ ਇਸ ਗੱਲ ਦਾ ਅਹਿਸਾਸ ਨਹੀਂ। ਤੇ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਆ ਉਹ ਹੁਣ ਸਾਰੀ ਦੁਨੀਆ ਦੇ ਸਾਹਮਣੇ ਆ। ਔਰ ਦੂਜੇ ਬੰਨੇ ਇਹ ਵੀ ਆ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਦਾ ਮਤਲਬ ਇਹ ਆ ਕਿ ਹੁਣ ਬੀਜੇਪੀ ਦੇ ਅੰਦਰੋਂ ਵੀ ਜਿਹੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜਿਹੜੀ ਕਿ ਮੇਨਕਾ ਗਾਂਧੀ ਬੀਜੇਪੀ ਦੀ ਐਮਪੀ ਅੱਜ ਤੱਕ ਵੀ, ਉਹ ਭਾਵੇਂ ਕਿ ਉਹਨੂੰ ਉਹਨਾਂ ਨੇ ਕਮੇਟੀਆਂ ਵਗੈਰਾ ਚੋਂ ਕੱਢਤਾ ਹੈਗਾ ਜਾਂ ਉਹਦਾ ਬੇਟਾ ਹੈਗਾ, ਉਹ ਇਹ ਰੋ ਰੋ ਕੇ ਕਹਿ ਰਹੀ ਆ ਕਿ ਬਈ ਇਹ ਕਿਸ ਕਿਸਮ ਦਾ ਜ਼ੁਲਮ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਆ ਉਹ ਕਰ ਰਹੀ ਆ। ਔਰ ਨਾਲ ਦੀ ਨਾਲ ਸਾਰਾ ਦੇਸ਼ ਉੱਠ ਖੜਾ ਹੋਇਆ। ਸਾਰੇ ਦੇ ਸਾਰੇ ਪੋਲੀਟੀਕਲ ਪਾਰਟੀਆਂ, ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਯੂਪੀ ਦੇ ਵਿੱਚ ਤੇ ਆਪਣੇ ਜਿਹੜੀ ਮੱਧ ਪ੍ਰਦੇਸ਼ ਚੋਂ ਸਟੇਟ ਕੱਢੀ ਹੈਗੀ ਆ, ਉਹਦਾ ਮੁੱਖ ਮੰਤਰੀ ਉੱਥੇ ਪਹੁੰਚ ਗਿਆ। ਔਰ ਪ੍ਰਿਯੰਕਾ ਗਾਂਧੀ ਜਿਹੜੀ ਕਿ ਆਪੋਜੀਸ਼ਨ 'ਚ ਇਸ ਵੇਲੇ, ਉਹਨੇ ਬਹੁਤ ਵਧੀਆ ਰੋਲ ਪਲੇ ਕੀਤਾ, ਰਾਹੁਲ ਗਾਂਧੀ ਨੇ ਵੀ, ਕਿ ਉਹ ਉੱਥੇ ਪਹੁੰਚ ਕੇ ਔਰ ਤੁਸੀਂ ਦੇਖੀਆਂ ਹੋਣੀਆਂ ਵੀਡੀਓਜ਼ ਕਿ ਜਿਹੜੇ ਅਗਰੀਬਡ ਕਿਸਾਨ ਨੇ ਜਿਨ੍ਹਾਂ ਦੇ ਪਰਿਵਾਰ ਦੇ ਜੀਅ ਚਲੇ ਗਏ ਨੇ, ਉਹਨਾਂ ਨੂੰ ਉਹ ਹੌਸਲਾ ਦੇਣ ਲਈ ਉੱਥੇ ਪਹੁੰਚੇ ਆ। ਔਰ ਲਗਭਗ ਸਾਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ BSP ਵੀ ਸ਼ਾਮਲ ਆ, ਸੋਸ਼ਲਿਸਟ ਪਾਰਟੀ ਵੀ ਸ਼ਾਮਲ ਆ, ਕਾਂਗਰਸ ਵੀ ਸ਼ਾਮਲ ਆ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਆ, ਆਮ ਆਦਮੀ ਪਾਰਟੀ ਵੀ ਸ਼ਾਮਲ ਆ, ਲੈਫਟਿਸਟ ਤਾਂ ਹੈਗੇ। ਸੋ ਇਹ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਹਦੇ ਚੋਂ ਇਹ ਲੱਗਦਾ ਆ ਕਿ ਕੱਲ ਵੀ ਜਿਵੇਂ ਆਪਾਂ ਗੱਲ ਕਰਦੇ ਸੀਗੇ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਜਦੋਂ ਚੱਲ ਰਹੀ ਸੀਗੀ, ਤੇ ਮੇਰਾ ਉਦੋਂ ਵੀ ਇਹ ਮਤ ਸੀਗਾ ਕਿ ਜਿਹੜਾ ਜੱਜ ਕੁਰਸੀ ਤੇ ਬੈਠਾ, ਖਾਸ ਕਰਕੇ ਚੀਫ ਜਸਟਿਸ ਆ, ਉਹਨਾਂ ਨੂੰ ਬੇਸ਼ੱਕ ਦਬਾਅ ਪੈਂਦੇ ਆ ਜੋ ਵੀ ਆ, ਪਰੰਤੂ ਉਹਨਾਂ ਦੇ ਅੰਦਰ ਜਿਹੜੀ ਜੱਜ ਹੋਣ ਦੀ ਇੱਕ ਭਾਵਨਾ ਆ ਉਹ ਉਹਨਾਂ ਦੀ ਆਤਮਾ ਨੂੰ ਪ੍ਰਿਕ ਕਰਦੀ ਆ। ਸੋ ਪੂਰਾ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਪਰੰਤੂ ਜਿਹੜੀ ਇਸ ਕਿਸਮ ਦੀ ਸੋਚ ਹੈਗੀ ਆ, ਇਸ ਕਿਸਮ ਦੀ ਜਿਹੜੀ ਕਾਰਵਾਈ ਆ ਉਹ ਇਸ ਪਾਸੇ ਨੂੰ ਚੱਲੀ ਆ ਬਈ ਕੁਝ ਜਿਹੜਾ ਇਹਦੇ ਚੰਗੇ ਨਤੀਜੇ ਨਿਕਲਣ ਦੇ ਆਸਾਰ ਬਣ ਗਏ ਨੇ। ਜੀ ਬਿਲਕੁਲ, ਤੁਸੀਂ ਸਾਰੀਆਂ ਚੀਜ਼ਾਂ ਨੂੰ ਬਖੂਬੀ ਜਿਹੜਾ ਜੀ ਉਹ ਸਾਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕਾਲੋਂ ਸਾਹਿਬ ਵਿੱਚ 2-3 ਚੀਜ਼ਾਂ ਜਿਹੜੀਆਂ ਨੇ ਉਹ ਇਹ ਆ, ਇੱਕ ਚੀਜ਼ ਜਿਹੜੀ ਆ, ਜਿਹੜਾ ਸ਼ਬਦ ਅਸੀਂ ਬਾਰ-ਬਾਰ ਵਰਤਦੇ ਆ, ਨੈਤਿਕਤਾ। ਜੇ ਸਾਡੇ ਭਾਰਤੀ ਪੋਲੀਟੀਕਲ ਲੋਕਾਂ ਦੇ ਵਿੱਚ ਨੈਤਿਕਤਾ ਨਾਂ ਦੀ ਕੋਈ ਚੀਜ਼ ਹੋਵੇ ਤੇ ਜਿਹੜਾ ਉਹ ਗ੍ਰਹਿ ਰਾਜ ਮੰਤਰੀ ਆ, ਅਵਲ ਤੇ ਉਹ ਫੌਰੀ ਤੌਰ ਤੇ ਆਪ ਅਸਤੀਫਾ ਦੇਵੇ, ਕਿਉਂਕਿ ਉਹਦਾ ਪਰਿਵਾਰ, ਉਹਦਾ ਬੇਟਾ ਉਹਦੇ ਵਿੱਚ ਸਿੱਧੇ ਤੌਰ ਤੇ ਇਨਵੋਲਵ ਹੈ। ਉਹਦੇ ਐਵੀਡੈਂਸ ਜਿਹੜੇ ਆ ਉਹ ਹੁਣ ਸਾਹਮਣੇ ਨੇ, ਉਹਨੂੰ ਛੁਪਾਇਆ ਨਹੀਂ ਜਾ ਸਕਦਾ। ਤੇ ਉਹਦੇ ਤੋਂ ਵੀ ਅੱਗੇ ਗੱਲ ਇਹ ਆ ਕਿ ਜਿਹੜਾ ਇਸ ਵੇਲੇ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਆ, ਜਿਹਦੇ ਉੱਤੇ ਸਾਰੀ ਜਿਹੜੀ ਜਨਤਾ ਜਨਾਰਦਨ ਆ ਉਹਨੂੰ ਉਮੀਦ ਹੁੰਦੀ ਆ ਕਿ ਘੱਟੋ ਘੱਟ ਉਹ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਸੰਵੇਦਨਾ ਦਿਖਾਏਗਾ, ਪਰ ਉਹਨਾਂ ਦੀ ਬੇਸ਼ਰਮੀ ਤੇ ਢੀਠਤਾ ਹੀ ਇਸ ਹੱਦ ਤੱਕ ਹੈ। ਮੈਂ ਪਹਿਲਾਂ ਸ਼ੁਰੂਆਤੀ ਜਦੋਂ ਸ਼ੁਰੂ ਕੀਤਾ ਇਹ ਵੀ ਜ਼ਿਕਰ ਕੀਤਾ, ਕਿਤੇ ਰੋਡ ਐਕਸੀਡੈਂਟ ਹੁੰਦਾ ਆ, ਕਿਤੇ ਪਹਾੜ ਖਿਸਕਦਾ ਆ, ਠੀਕ ਆ, ਮਨੁੱਖੀ ਜਾਨਾਂ ਕਿਸ ਤਰ੍ਹਾਂ ਵੀ ਜਾਣ ਉੱਤੇ ਦੁੱਖ ਪ੍ਰਗਟ ਕਰਨਾ ਮਾੜੀ ਗੱਲ ਨਹੀਂ, ਤੇ ਜਦੋਂ ਉਹਦੇ ਖੁਦ ਦੇ ਬੰਦੇ ਇਦਾਂ ਦੇ ਕਤਲੋ-ਗਾਰਤ ਕਰਦੇ ਆ, ਦਹਿਸ਼ਤਗਰਦੀ ਕਾਰਵਾਈਆਂ ਕਰਦੇ ਆ, ਤੇ ਉਹ ਜਿਸ ਤਰ੍ਹਾਂ ਮੌਨ ਧਾਰ ਲੈਂਦੇ ਨੇ, ਉਹ ਮਤਲਬ ਇੰਨਾ ਕੁ ਜ਼ਿਆਦਾ ਉਹਨਾਂ ਦਾ ਕਿਰਦਾਰ ਘਿਨਾਉਣਾ ਲੱਗਦਾ ਹੈ, ਤੇ ਮਤਲਬ ਕੋਈ ਸ਼ਬਦ ਨਹੀਂ ਆ ਕਿ ਉੱਤੇ ਗੱਲ ਕੀਤੀ ਜਾ ਸਕੇ। ਇੱਕ ਤੇ ਗੱਲ ਧਰਨਾ ਇਹ ਕਰਨੀ ਚਾਹੁੰਦਾ। ਦੂਜੀ ਗੱਲ ਤੁਸੀਂ ਕੀਤੀ ਆ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਦੀ, ਕਾਂਗਰਸ ਦੀ, ਬਾਕੀ ਪੋਲੀਟੀਕਲ ਪਾਰਟੀਆਂ ਦੀ। ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨ ਇਹ ਸਮਝਦੇ ਨੇ ਕਿ ਸਾਡਾ ਕੋਈ ਵੀ ਇਹਨਾਂ ਦੇ ਵਿੱਚ ਸੱਚੇ ਦਿਲੋਂ ਹਮਦਰਦ ਨਹੀਂ ਆ, ਇਹ ਵੀ ਆਪੋ ਆਪਣੀ ਸਿਆਸੀ ਰੋਟੀਆਂ ਸੇਕਦੇ ਨੇ। ਪਰ ਅਜਿਹੇ ਮੌਕੇ ਤੇ ਜੋ ਵੀ ਕੋਈ ਕਰ ਰਿਹਾ, ਜਿੰਨਾ ਵੀ ਕਰ ਰਿਹਾ, ਉਹਦਾ ਵੈਲਕਮ ਕਰਨਾ ਬਣਦਾ ਹੈ। ਜਿਸ ਤਰੀਕੇ ਨਾਲ ਪ੍ਰਿਯੰਕਾ ਗਾਂਧੀ ਨੇ, ਰਾਹੁਲ ਗਾਂਧੀ ਨੇ ਤੇ ਕੁਝ ਇੱਕ ਹੋਰ ਲੀਡਰਾਂ ਨੇ ਜਿਹੜੀ ਸਿੰਪਥੀ ਦਿਖਾਈ ਆ, ਉੱਥੇ ਪਹੁੰਚੇ ਆ, ਉਹ ਭਾਵੇਂ ਉਹਨਾਂ ਦੇ ਮਫਾਦ ਕੁਝ ਵੀ ਹੋਣ, ਪਰ ਇਸ ਵੇਲੇ
ਘੱਟੋ ਘੱਟ ਜਿਹੜੇ ਉਹ ਦੁਖੀ ਪਰਿਵਾਰ ਨੇ, ਸਿੱਧੇ ਤੌਰ ਤੇ ਜਿਹੜੇ ਪਰਿਵਾਰ ਦੁਖੀ ਨੇ, ਉਹਨਾਂ ਦੇ ਗਮ 'ਚ ਸ਼ਰੀਕ ਹੋ ਕੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਆ ਉਹ ਆਪਣੀ ਸੰਵੇਦਨਾ ਪ੍ਰਗਟ ਕੀਤੀ ਆ। ਰਹੀ ਗੱਲ ਮੇਨਕਾ ਤੇ ਵਰਨ ਗਾਂਧੀ ਦੀ, ਜਿਹੜੇ ਲੋਕ ਬੀਜੇਪੀ ਦੇ ਵਿੱਚ ਨੇ ਜਾਂ ਉਹ ਬੜੀ ਦੇਰ ਤੋਂ ਚੁੱਪ ਬੈਠੇ ਨੇ, ਉਹ ਵਿਅਕਤੀ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇਹ ਗੱਲ ਉਹਦੇ ਤੇ ਬਹੁਤਾ ਹਾ ਦਾ ਨਾਰਾ ਵਾਲੀ ਗੱਲ ਨਹੀਂ ਗੀ। ਅਸਲ 'ਚ ਗੱਲ ਤੇ ਇਹ ਆ ਕਿ ਵਰਨ ਗਾਂਧੀ ਜਿਹੜਾ ਆ ਉਹ ਖੁਦ ਸੀਐਮ ਬਣਨ ਦੀ ਚਾਹਤ ਲੈ ਕੇ ਬੈਠਾ ਬੜੇ ਚਿਰ ਤੋਂ। ਤੁਹਾਨੂੰ ਯਾਦ ਹੋਣਾ ਪਿੱਛੇ ਮੋਦੀ ਨੇ ਆਉਣਾ ਸੀ ਤੇ ਉਹਨਾਂ ਪੋਸਟਰ ਵੀ ਲਗਵਾ ਦਿੱਤੇ ਸੀ ਕਿ ਅਗਲਾ ਸੀਐਮ ਜਿਹੜਾ ਵਾ ਉਹ ਬਣੇਗਾ ਆਪਣਾ ਵਰਨ ਗਾਂਧੀ। ਉਦੋਂ ਦੀ ਨਾਰਾਜ਼ਗੀ ਇਹਨਾਂ ਦੀ ਚੱਲ ਰਹੀ ਆ ਤੇ ਮੇਨਕਾ ਦੀ ਵੀ ਇਹੀ ਇੱਛਾ ਹੈ। ਤੇ ਦੂਜੇ ਪਾਸੇ ਜਿੱਥੋਂ ਤੱਕ ਵਰਨ ਗਾਂਧੀ ਦਾ ਆ, ਉਹ ਤੇ ਐਂਟੀ ਸਿੱਖ ਇੰਨੀਆਂ ਕੁ ਸਟੇਟਮੈਂਟ ਦਿੰਦਾ ਰਿਹਾ ਬੀਤੇ ਸਮੇਂ 'ਚ। ਹਾਲਾਂਕਿ ਉਹਦੇ ਨਾਨਕੇ ਸਿੱਖ ਨੇ ਤੇ ਕੁਝ ਨਾ ਕੁਝ ਤੇ ਖੂਨ ਦਾ ਰਿਸ਼ਤਾ ਹੈ ਨਾ ਸਿੱਖੀ ਨਾਲ ਉਹਦਾ ਵੀ, ਪਰ ਜਿਸ ਤਰੀਕੇ ਦਾ ਕੱਟੜਪਣ ਉਸ ਵਿਅਕਤੀ 'ਚ ਮੈਂ ਦੇਖਦਾ ਰਿਹਾ ਆ। ਤੇ ਮੇਨਕਾ ਗਾਂਧੀ ਵੀ ਜਾਨਵਰਾਂ ਦੀ ਰਾਖੀ ਲਈ, ਪਸ਼ੂਆਂ ਦੀ, ਕੁੱਤਿਆਂ ਲਈ ਤੇ ਗੱਲ ਕਰਦੇ ਨੇ, ਪਰ ਮਨੁੱਖਾਂ ਲਈ ਕਦੀ ਵੀ ਉਹਨਾਂ ਨੇ ਗੱਲ ਨਹੀਂ ਕੀਤੀ। ਬੜੀ ਹੈਰਾਨੀ ਹੁੰਦੀ ਹੈ ਇਹਨਾਂ ਲੋਕਾਂ ਦੇ ਕਿਰਦਾਰ ਤੇ। ਖੈਰ ਇਸ ਵੇਲੇ ਜੇ ਉਹਨਾਂ ਕੁਝ ਕੀਤਾ ਤੇ ਉਹਨੂੰ ਵੀ ਵੈਲਕਮ ਅਸੀਂ ਕਰਦੇ ਹਾਂ। ਦੇਖੋ, ਮੈਂ ਜਿੱਥੇ ਤੁਸੀਂ ਗੱਲ ਛੱਡੀ ਆ ਉੱਥੋਂ ਹੀ ਸ਼ੁਰੂ ਕਰਦਾ ਹਾਂ। ਇਹ ਸਾਡੇ ਲੋਕ ਆਪਾਂ ਟਾਈਮ ਟੂ ਟਾਈਮ ਦੇਖਣਾ ਹੈਗਾ ਕਿ ਇਸ ਘਟਨਾ ਦੇ ਸੰਦਰਭ ਦੇ ਵਿੱਚ ਲੋਕ ਕੀ ਕਰ ਰਹੇ ਹੈਗੇ ਆ। ਇਹ ਤੇ ਗਿੱਲ ਸਾਹਿਬ ਤੁਸੀਂ ਮੰਨਦੇ ਹੋ ਕਿ ਜਿਹੜਾ ਵੀ ਕੋਈ ਕੰਮ ਕਰਦਾ ਹੈਗਾ ਉਹ ਕੋਈ ਨਾ ਕੋਈ ਉਹਦਾ ਮੁਫਾਦ ਜਿਹੜਾ ਉਹਦੇ 'ਚ ਸ਼ਾਮਲ ਹੁੰਦਾ ਹੈਗਾ। ਆਪਣੇ ਮੁਫਾਦ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ। ਮੇਰਾ ਤੇ ਤੁਹਾਡਾ ਵੀ ਇੱਕ ਮੁਫਾਦ ਆ ਜਿਹੜੀ ਅਸੀਂ ਗੱਲ ਕਰ ਰਹੇ ਹਾਂ। ਸਾਡਾ ਮੁਫਾਦ ਕੀ ਆ ਕਿ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ, ਜ਼ੁਲਮ ਨਹੀਂ ਹੋਣਾ ਚਾਹੀਦਾ। ਜਿਹੜੀ ਇਹ ਘਟਨਾ ਹੋਈ ਆ ਇਹ ਇਕੱਲੀ ਨਿੰਦਣਯੋਗ ਹੀ ਨਹੀਂ, ਇਹਦੇ ਲਈ ਲਫ਼ਜ਼ ਹੀ ਨਹੀਂ ਹੈਗੇ ਕਿ ਇਹਦਾ ਕਿਵੇਂ ਇਹਦੀ ਨਿੰਦਿਆ ਕੀਤੀ ਜਾਵੇ। ਸੋ ਜਿਹੜੀ ਮੁਫਾਦ ਵਾਲੀ ਗੱਲ ਹੈ, ਮੇਰਾ ਖਿਆਲ ਇਸ ਵੇਲੇ ਸਾਨੂੰ ਮੁਫਾਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਇਸ ਵੇਲੇ ਤਾਂ ਸਾਨੂੰ ਇਹ ਗੱਲ ਕਰਨੀ ਚਾਹੀਦੀ ਆ ਭਈ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਵਿਕਟਮ ਨੇ, ਜਿਨ੍ਹਾਂ ਦੇ ਘਰਾਂ ਦੇ ਜੀਅ ਮਰੇ ਆ, ਉਹਨਾਂ ਕੋਲ ਕੌਣ ਪਹੁੰਚ ਰਿਹਾ ਹੈਗਾ, ਉਹ ਕਾਹਦੇ ਲਈ ਪਹੁੰਚ ਰਿਹਾ ਹੈਗਾ, ਉਹਨਾਂ ਦਾ ਇਨ ਦੀ ਲੌਂਗ ਰਨ ਕੀ ਮੁਫਾਦ ਹੈਗਾ। ਮੇਰਾ ਖਿਆਲ ਹੈ ਇਹਨਾਂ ਦੇ ਉੱਤੇ ਸਾਨੂੰ ਬਹੁਤੀ ਜਿਹੜੀ ਆ ਉਹ ਗੱਲ ਨਹੀਂ ਕਰਨੀ ਚਾਹੀਦੀ। ਮੈਨੂੰ ਲੱਗਦਾ ਇਹ ਆ ਕਿ ਸਾਡੇ ਬਹੁਤ ਸਾਰੇ ਲੋਕ ਜਾਂ ਜਿਹੜਾ ਪੱਤਰਕਾਰ ਭਾਈਚਾਰਾ ਵੀ ਆ ਨਾ, ਤੁਸੀਂ ਵੀ ਨਾ ਗੁੱਸਾ ਕਰਿਓ, ਇਹ ਕਿਤੇ ਨਾ ਕਿਤੇ ਪ੍ਰੈਜੂਡਿਸਡ ਹੈਗਾ। ਅਸੀਂ ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਗੇ। ਅਸੀਂ ਉਹਨਾਂ ਦੀ ਜਿਹੜੀ ਗੱਲ ਕਰਦੇ ਹਾਂ ਉਹ ਇਹ ਕਰਦੇ ਹਾਂ ਕਿ ਉਹ ਇਸ ਵੇਲੇ ਹਾਂ ਦਾ ਨਾਰਾ ਮਾਰ ਰਹੇ ਹੈਗੇ ਆ ਔਰ ਠੀਕ ਸਟੈਂਡ ਲੈ ਰਹੇ ਹੈਗੇ ਆ। ਤੇ ਪ੍ਰਿਯੰਕਾ ਗਾਂਧੀ ਨੇ ਸਾਬਤ ਕਰਤਾ ਕਿ ਇਹ ਸਿਸਟਮ ਕਿੰਨਾ ਖੋਖਲਾ ਆ ਬਈ, ਔਰ ਕਿੰਨਾ ਇਹ ਕਹਿਣ ਨੂੰ ਹੋਰ ਤੇ ਕਰਨ ਨੂੰ ਹੋਰ, ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਕਿ ਜੇ ਉਹ ਪੁੱਛਦੀ ਆ ਬਈ ਤੁਸੀਂ ਮੈਨੂੰ ਕਿਹੜੇ ਜੁਰਮ ਦੇ ਵਿੱਚ ਰੋਕਦੇ ਆ, ਤਾਂ ਕੋਈ ਜਵਾਬ ਨਹੀਂ ਹੈ। ਤੁਸੀਂ 44 ਚੋੜ ਤੋੜਦੇ ਹੋ ਜੀ, ਉਹ ਕਹਿੰਦੇ ਮੈਂ ਤਾਂ ਇਕੱਲੀ ਆ, ਮੈਂ ਕਿਹੜੀ 44 ਤੋੜੀ ਆ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਜਿਹੜਾ ਜ਼ੁਲਮ ਸਟੇਟ ਵੱਲੋਂ ਹੋ ਰਿਹਾ ਹੈਗਾ ਉਹਨੂੰ ਉਹਨਾਂ ਨੇ ਨੰਗਾ ਕੀਤਾ ਹੈਗਾ। ਔਰ ਇਸ ਵੇਲੇ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ ਕਿ ਬਹੁਤ ਸਾਰੇ ਲੋਕ, ਜਿੱਦਾਂ ਹੁਣ ਮਸਲਨ ਪੰਜਾਬ ਦਾ ਇੱਕ ਸਾਬਕਾ ਵਜ਼ੀਰ ਜਿਹੜਾ ਸਿਹਤ ਮੰਤਰੀ ਹੁੰਦਾ ਸੀਗਾ, ਉਹਦੀ ਮੈਂ ਅੱਜ ਵੀਡੀਓ ਦੇਖੀ ਆ। ਉਹ ਕਹਿੰਦਾ ਜੀ ਬਈ ਇਹ ਜਿਹੜੀ ਲਖੀਮਪੁਰ ਖੀਰੀ ਵਾਲੀ ਘਟਨਾ ਆ ਇਹ ਬੜੀ ਨਿੰਦਣਯੋਗ ਆ, ਤੇ ਦੋਸ਼ੀ ਭਾਵੇਂ ਜਿੱਡੇ ਵੱਡੇ ਮਰਜ਼ੀ ਹੋਣ, ਮੰਤਰੀ ਹੋਣ ਜਾਂ ਜੋ ਮਰਜ਼ੀ ਹੋਣ। ਇਹ ਬੀਜੇਪੀ ਦਾ ਸਾਬਕਾ ਮੰਤਰੀ ਜਿਹੜਾ, ਉਹ ਪਤਾ ਨਹੀਂ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਉਹ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਹੈਗਾ ਬਈ। ਤੇ ਇਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਜਿੱਥੇ ਇੱਕ ਬੰਨੇ ਫਾਸ਼ੀਵਾਦੀ ਤਾਕਤਾਂ ਆ, ਉੱਥੇ ਦੂਜੇ ਬੰਨੇ ਡੈਮੋਕ੍ਰੈਟਿਕ ਫੋਰਸਿਸ ਵੀ ਹੈਗੀਆਂ। ਇਹ ਠੀਕ ਆ ਕਿ ਸਟੇਟ ਕੋਲ ਬਹੁਤ ਪਾਵਰ ਹੁੰਦੀ ਆ, ਔਰ ਜਿਹੜੀ ਕਿਸਾਨ ਲਹਿਰ ਆ ਉਹਨੂੰ ਪਾੜਨ ਦਾ ਵੀ ਯਤਨ ਕੀਤਾ ਜਾ ਰਿਹਾ ਆ। ਔਰ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਜਿਹੜਾ ਤਜਿੰਦਰ ਸਿੰਘ ਵਿਰਕ ਆ ਉਸ ਇਲਾਕੇ ਦਾ, ਜਿਹੜਾ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਲੀਡਰ ਆ ਉੱਥੇ, ਔਰ ਬੜਾ ਪਾਪੂਲਰ ਆ। ਇਹ ਪਤਾ ਲੱਗਾ ਵੀ ਗੰਭੀਰ ਰੂਪ ਚ ਜ਼ਖਮੀ ਨੇ। ਹਾਂ, ਗੰਭੀਰ ਰੂਪ ਚ ਇਸ ਕਰਕੇ ਜ਼ਖਮੀ ਆ। ਉਹ ਗਨੀਮਤ ਆ ਵੀ ਜ਼ਖਮੀ ਆ। ਉਹਨੂੰ ਮਾਰਨ ਦਾ ਪ੍ਰੋਗਰਾਮ ਸੀਗਾ ਇਹਨਾਂ ਦਾ, ਕਿ ਕਿਉਂਕਿ ਉਸ ਇਲਾਕੇ ਦੇ ਵਿੱਚ ਉਹਦਾ ਬੜਾ ਅਸਰ ਰਸੂਖ ਆ। ਤੇ ਸਾਰਾ ਜਿਹੜਾ ਕਿਸਾਨ ਭਾਈਚਾਰਾ ਆ, ਕਿਉਂਕਿ ਮੈਜੋਰਟੀ ਕਿਸਾਨ ਉੱਥੇ ਜਿਹੜੇ ਆ ਉਹ
ਸਿੱਖ ਭਾਈਚਾਰੇ ਚੋਂ ਆ, ਤੇ ਇਹਨਾਂ ਦੀ ਕਿਉਂਕਿ ਇਹ ਜਿਹੜਾ ਗ੍ਰਹਿ ਰਾਜ ਮੰਤਰੀ ਆ ਮਾਨਯੋਗ ਤੇ ਉਹਦਾ ਮੁੰਡਾ, ਉਹਨਾਂ ਦਾ ਏਰੀਆ ਵੀ ਉਹੀ ਆ, ਤੇ ਆਪਣੇ ਪੁੱਤਰ ਨੂੰ ਯਾਨੀ ਜਿਹਨੇ ਇਹ ਕਾਰੇ ਕੀਤੇ ਆ ਉਹਨੂੰ ਉਹ ਉੱਥੋਂ ਚੋਣ ਲੜਾਉਣਾ ਚਾਹੁੰਦਾ ਆ, ਤੇ ਚੋਣ ਲੜਨ ਦੇ ਲਈ ਉਹਨਾਂ ਨੂੰ ਜਿਹੜਾ ਵੱਡਾ ਕੰਡਾ ਰੜਕਦਾ ਸੀਗਾ ਉਹ ਰੜਕਦਾ ਸੀਗਾ ਤਜਿੰਦਰ ਸਿੰਘ ਵਿਰਕ। ਔਰ ਇਹ ਗਿਣੀ ਮਿਥੀ ਸਾਜ਼ਿਸ਼ ਆ, ਮਤਲਬ ਇਹ ਅਚਾਨਕ ਹੋਈ। ਹੁਣ ਤਾਂ ਮੇਰਾ ਖਿਆਲ ਕਹਿਣ ਦੀ ਵੀ ਲੋੜ ਨਹੀਂ ਹੈ, ਜਿੱਦਾਂ ਦੀਆਂ ਵੀਡੀਓਜ਼ ਆ ਗਈਆਂ ਆ। ਤੇ ਇਸ ਕਰਕੇ ਇਸ ਵੇਲੇ ਮੇਰੀ ਫੀਲਿੰਗ ਇਹ ਆ, ਜਿਹੜੀ ਕਿ ਕਾਫੀ ਹੱਦ ਤੱਕ ਇੰਡੀਆ ਦੇ ਵਿੱਚ ਹੋ ਰਿਹਾ ਵਾ, ਬਈ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਇਸ ਗੱਲ ਤੇ ਖੜੀਆਂ ਆ, ਇਹ ਜ਼ੁਲਮ ਉਹਨਾਂ ਨੂੰ ਦਿਖਾਈ ਦਿੰਦਾ ਆ। ਔਰ ਇਹ ਵੀ ਦਿਖਾਈ ਦਿੰਦਾ ਆ ਕਿ ਅੱਜ ਜੇ ਇਹ ਕਿਸਾਨ ਲਹਿਰ ਨਾਲ ਇਦਾਂ ਹੋ ਰਿਹਾ ਆ ਤੇ ਬਾਕੀਆਂ ਨਾਲ ਵੀ ਇਹੀ ਕੁਝ ਹੋਊਗਾ। ਸੋ ਉਹਨਾਂ ਨੇ ਜਿਹੜੀ ਇਹ ਮੰਗ ਕੀਤੀ ਆ ਬਈ ਜਿਹੜੇ ਮੁਕੱਦਮੇ ਦਰਜ ਕੀਤੇ ਜਾਣ, ਔਰ ਜਿਹੜੀ ਇਨਕੁਆਇਰੀ ਆ ਉਹ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਾਈ ਜਾਵੇ ਜਾਂ CBI ਕੋਲੋਂ ਕਰਾਈ ਜਾਵੇ। ਤੇ ਨਾਲ ਦੀ ਨਾਲ ਵੈਸੇ ਤਾਂ ਜਿਹੜਾ ਗ੍ਰਹਿ ਰਾਜ ਮੰਤਰੀ ਆ ਉਹ ਗਿੱਲ ਸਾਹਿਬ ਕੱਲਾ ਉਹਦਾ ਮੁੰਡਾ ਹੀ ਦੋਸ਼ੀ ਨਹੀਂ ਹੈ, ਉਹ ਖੁਦ ਵੀ ਦੋਸ਼ੀ ਆ। ਉਹ ਜਦੋਂ ਇਹ ਕਹਿੰਦਾ ਆ ਬਈ ਤੁਸੀਂ ਜਾਣਦੇ ਨਹੀਂ ਵੀ ਮੈਂ ਕੀ ਆ, ਮਤਲਬ ਕਹਿਣਾ ਉਹ ਇਹ ਚਾਹੁੰਦਾ ਵੀ ਮੈਨੂੰ ਨਾ ਤੁਸੀਂ ਮੰਤਰੀ ਪਾਰਲੀਮੈਂਟ ਦਾ ਮੈਂਬਰ ਜਾਂ ਕੋਈ ਇਦਾਂ ਦਾ ਨਾ ਸਮਝੋ, ਮੈਂ ਹੈਗਾ ਜੇ ਬਦਮਾਸ਼, ਤੇ ਮੈਨੂੰ ਤੁਸੀਂ ਬਦਮਾਸ਼ ਦੇ ਤੌਰ ਦੇ ਉੱਤੇ ਦੇਖੋ। ਸੋ ਇਹ ਇੱਕ ਬੜੀ ਵੱਡੀ ਪ੍ਰੋਵੋਕੇਸ਼ਨ ਆ, ਉਹਦੇ ਤੇ ਵੀ ਕੇਸ ਵੀ ਦਰਜ ਹੋਣਾ ਚਾਹੀਦਾ। ਜਿਹੜਾ ਗੱਦੀ ਛੱਡਣ ਦੀ ਗੱਲ ਤਾਂ ਕਰਨੀ ਚਾਹੀਦੀ ਆ। ਔਰ ਮੋਦੀ ਸਾਹਿਬ ਜਿਹੜੇ ਆ, ਤੁਸੀਂ ਠੀਕ ਕਿਹਾ ਕਿ ਉਹਨਾਂ ਦੇ ਵਿੱਚ ਨੈਤਿਕਤਾ ਦਾ ਉਪਦੇਸ਼ ਬੜਾ ਦਿੰਦੇ ਆ, ਭੈਣੋ ਭਾਈਓ ਬਹੁਤ ਗੱਲ ਕਰਦੇ ਆ, ਔਰ ਬੇਟੀ ਬਚਾਓ ਬੇਟੀ ਪੜਾਓ ਦੀ ਬਹੁਤ ਗੱਲ ਕਰਦੇ ਆ, ਧੀਆਂ ਭੈਣਾਂ ਦੀ ਗੱਲ ਕਰਦੇ ਆ। ਪਰ ਨਾਲ ਦੀ ਨਾਲ ਜਿਹੜੇ ਸਾਡੇ ਦੇਵੀਆਂ ਦੇਵਤੇ ਆ ਉਹਨਾਂ ਦੇ ਹਵਾਲੇ ਨਾਲ ਵੀ ਬੜੀਆਂ ਗੱਲਾਂ ਕਰਦੇ ਆ। ਪਰ ਪ੍ਰੈਕਟਿਸ ਦੇ ਵਿੱਚ ਕੀ ਆ, ਅਮਲ ਦੇ ਵਿੱਚ ਕੀ ਆ ਕਿ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ, ਔਰ ਜ਼ੁਲਮ ਮੰਤਰੀਆਂ ਵੱਲੋਂ ਕੀਤਾ ਜਾ ਰਿਹਾ, ਮੰਤਰੀਆਂ ਦੇ ਧੀਆਂ ਪੁੱਤਾਂ ਵੱਲੋਂ ਕੀਤਾ ਜਾ ਰਿਹਾ ਹੈਗਾ। ਔਰ ਇਹ ਬਿਲਕੁਲ ਇੱਕ ਜਿਹੜੀ ਫੈਸਿਸਟ ਅਪਰੋਚ ਹੈਗੀ ਆ, ਹਿਟਲਰ ਵਾਲੀ ਜਿਹੜੀ ਥਿੰਕਿੰਗ ਆ ਨਾ, ਉਹ ਬਿਲਕੁਲ ਹਿਟਲਰ ਦੀ ਰੂਹ ਜਿਹੜੀ ਆ ਉਹ ਸਾਡੇ ਦੇਸ਼ ਦੇ ਜਿਹੜੇ ਹਾਕਮ ਆ, ਖਾਸ ਕਰਕੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆ, ਉਹਨਾਂ ਦੀਆਂ ਰੂਹਾਂ ਦੇ ਵਿੱਚ ਉਹ ਰੂਹ ਪ੍ਰਵੇਸ਼ ਕੀਤੀ ਆ। ਔਰ ਉਸ ਦਾ ਹੀ ਇਹ ਰਿਫਲੈਕਸ਼ਨ ਆ ਕਿ ਸਾਰੀ ਦੁਨੀਆ ਦੇਖ ਰਹੀ ਆ, ਵੀਡੀਓ ਵਾਇਰਲ ਹੋ ਰਹੀਆਂ, ਤੇ ਕਿਤੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ। ਔਰ ਇਹ ਇੰਡੀਕੇਸ਼ਨ ਦੇ ਦਿੱਤੀ ਗਈ ਆ ਕਿ ਬਈ ਉਹਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਤੇ ਜਿਹਦਾ ਮਤਲਬ ਇਹ ਆ ਕਿ ਜਿਹੜੇ ਮਜ਼ਲੂਮ ਆ, ਜਿਨ੍ਹਾਂ ਲੋਕਾਂ ਦੇ ਉੱਤੇ ਜ਼ੁਲਮ ਹੋਇਆ ਆ, ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾਵੇਗਾ। ਜੀ, ਜਿਹੜਾ ਸਾਰਾ ਕੁਝ ਤੁਸੀਂ ਦੱਸਿਆ ਉਹਦੇ 'ਚ ਅਨੇਕਾਂ ਚੀਜ਼ਾਂ ਛੁਪੀਆਂ ਪਈਆਂ ਨੇ। ਮੇਰਾ ਦਿਲ ਕਰਦਾ ਬਹੁਤ ਸਾਰੇ ਸਵਾਲ ਪੁੱਛਾਂ, ਸਮਾਂ ਆਪਣਾ ਬੜੀ ਤੇਜ਼ੀ ਨਾਲ ਨਿਕਲ ਗਿਆ। ਜਿੱਥੋਂ ਤੱਕ BJP ਪਾਰਟੀ ਦਾ, ਜਿਵੇਂ ਤੁਸੀਂ ਦੱਸਿਆ ਕਿ RSS ਦਾ ਬੇਸ ਹੀ ਇਸ ਆਧਾਰ 'ਤੇ ਆ ਕਿ ਇਹ ਸਮਾਜ ਵਿੱਚ ਵੰਡ ਪਾ ਕੇ, ਧਰਮਾਂ ਵਿੱਚ ਨਫ਼ਰਤ ਫੈਲਾ ਕੇ ਰਾਜਨੀਤੀ ਕਰਨ ਦੀ ਮਹਾਰਤ ਇਹਨਾਂ ਕੋਲ ਆ। ਔਰ ਇਹ 1928 ਤੋਂ ਤੁਸੀਂ ਜਾਂ 25 ਤੋਂ ਦੱਸਦੇ ਬਣੇ ਆ, ਤੇ ਉਦੋਂ ਤੋਂ ਹੀ ਇਹ ਕੰਮ ਕਰਦੇ ਆ ਰਹੇ ਆ। ਇਹਨਾਂ ਤੋਂ ਕੋਈ ਵੀ ਉਮੀਦ ਕਰਨੀ ਬੇਕਾਰ ਹੈ। ਇਹ ਗੱਲ ਤੇ ਆਪਣੀ ਥਾਂ ਠੀਕ ਹੈ। ਪਰ ਜੇ 1947 ਤੋਂ ਬਾਅਦ ਜਦੋਂ ਦਾ ਭਾਰਤ ਆਜ਼ਾਦ ਹੋਇਆ, ਬਹੁਤ ਸਾਰੇ ਅਦਾਰੇ ਬਣਾਏ, ਜਿਨ੍ਹਾਂ 'ਚੋਂ ਇੱਕ ਹਿਊਮਨ ਰਾਈਟਸ ਕਮਿਸ਼ਨ ਆਫ ਇੰਡੀਆ ਵੀ ਹੈ ਜੀ। ਤੇ ਮੌਜੂਦਾ ਉਹਦਾ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਅਰੁਣ ਕੁਮਾਰ ਮਿਸ਼ਰਾ ਨੇ ਉਹਦੇ ਚੇਅਰਪਰਸਨ ਐਂਡ ਮੈਂਬਰ ਨੇ। ਮੈਂ ਕਿਤੇ ਵੀ ਕੋਈ ਸਟੇਟਮੈਂਟ ਉਹਨਾਂ ਦੀ ਨਹੀਂ ਵੇਖੀ ਕਿ ਭਾਰਤ ਦਾ ਹਿਊਮਨ ਰਾਈਟਸ ਕਮਿਸ਼ਨ ਇਹਦੇ ਉੱਤੇ ਕੋਈ ਅੱਗੇ ਵੱਧ ਕੇ ਕੋਈ ਐਕਸ਼ਨ ਲੈ ਰਿਹਾ ਜਾਂ ਤੇ ਗੱਲ ਕਰ ਰਿਹਾ। ਦੂਜੀ ਗੱਲ ਤੁਸੀਂ ਕਹੀ ਆ ਪੱਤਰਕਾਰ ਭਾਈਚਾਰਾ ਪ੍ਰੈਜੁਡਿਸ ਆ, ਕਿਉਂਕਿ ਪੱਤਰਕਾਰ ਭਾਈਚਾਰਾ ਪ੍ਰੈਜੁਡਿਸ ਹੋਵੇ ਵੀ, ਪਰ ਇਹਦੇ ਬਾਵਜੂਦ ਵੀ ਆਪਣੇ ਕੋਲ ਜਿਹੜੇ ਦੂਜੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਇਤਿਹਾਸ ਵੀ ਆ। ਜਦੋਂ ਉਹ ਲੋਕ ਪਾਵਰ 'ਚ ਹੁੰਦੇ ਆ ਉਹਨਾਂ ਦਾ ਕਿਰਦਾਰ ਹੋਰ ਹੁੰਦਾ ਆ, ਜਦੋਂ ਪਾਵਰ 'ਚੋਂ ਬਾਹਰ ਹੁੰਦੇ ਆ ਉਦੋਂ ਕਿਰਦਾਰ ਹੋਰ ਹੁੰਦਾ। ਯਾਨੀ ਕਿ ਦੋਹਰਾ ਕਿਰਦਾਰ ਪੋਲੀਟੀਕਲ ਲੋਕਾਂ ਦਾ ਕਿਸੇ ਕੋਲ ਛੁਪਿਆ ਹੋਇਆ ਨਹੀਂ। ਪੰਜਾਬ ਦੇ ਇਹੋ ਅਕਾਲੀ ਜਦੋਂ ਪਾਵਰ 'ਚ ਨਹੀਂ ਹੁੰਦੇ ਤੇ ਪੰਥ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਤੇ ਜਦੋਂ ਇਹ ਪਾਵਰ 'ਚ ਆ ਜਾਂਦੇ ਆ ਤੇ ਪੰਥ ਨੂੰ ਕੀ ਇਹ ਸਾਰੀ ਚੀਜ਼ ਨੂੰ ਲੱਤ ਮਾਰ ਕੇ ਤੇ ਆਪਣਾ ਪੈਸਾ ਇਕੱਠਾ ਕਰਨ 'ਚ ਲੱਗ ਜਾਂਦੇ ਆ। ਫਿਰ ਇਹਨਾਂ ਨੂੰ ਨਾ ਪੰਜਾਬ ਦੇ ਇਲਾਕੇ ਦਿਸਦੇ ਆ, ਨਾ ਬੋਲੀ ਦਿਸਦੀ ਆ, ਨਾ ਇਹਨਾਂ ਨੂੰ ਚੰਡੀਗੜ੍ਹ ਦਿਖਦਾ, ਨਾ ਪਾਣੀ ਦਿਖਦੇ ਆ।
ਇਹਨਾਂ ਨੂੰ ਸਿਰਫ ਆਪਣੀਆਂ ਬੱਸਾਂ ਤੇ ਆਪਣੇ ਕਾਰੋਬਾਰ ਦਿਸਦੇ ਆ। ਕਿਉਂਕਿ ਸਮਾਂ ਘੱਟ ਹੈ, ਮੈਂ ਸਾਰੀਆਂ ਗੱਲਾਂ ਕਰ ਲਾਂ, ਇੱਕ ਅੱਧੇ ਮਿੰਟ 'ਚ ਜਵਾਬ ਤੁਸੀਂ ਦੇ ਦਿਓ। ਬਾਕੀ ਮੇਰੇ ਮਨ 'ਚ ਦੋ ਚੀਜ਼ਾਂ ਹੋਰ ਆ ਰਹੀਆਂ ਨੇ। ਜਿਹੜੀ ਗੱਲ ਸੀਗੀ ਫੌਰੀ ਮੰਗ ਕਿਸਾਨਾਂ ਦੀ, ਕਿ ਉਹ ਤੁਸੀਂ ਦੱਸ ਹੀ ਦਿੱਤਾ ਕਿ ਉਹਨਾਂ ਮਨਾ ਕਰ ਦਿੱਤਾ ਕਿ ਉਹਨੂੰ ਉਤਾਰਨਾ ਨਹੀਂ ਆ। ਜਿਹੜਾ ਇਹ ਗ੍ਰਹਿ ਰਾਜ ਮੰਤਰੀ ਆ, ਜੇ ਇਹਨੂੰ ਨਹੀਂ ਉਤਾਰਦੇ ਤਾਂ ਇਨਸਾਫ ਦੀ ਆਸ ਨਹੀਂ ਹੈ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਆ, ਤਾਮਿਲਨਾਡੂ ਤੋਂ ਸਾਊਥ ਤੋਂ ਆ ਕੇ ਕਿਸਾਨ ਬੈਠੇ ਸੀ, 6 ਮਹੀਨੇ ਤੱਕ ਬੈਠੇ ਰਹੇ ਉਹ ਜੰਤਰ ਮੰਤਰ ਤੇ ਪੰਜਾਬੀਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ, ਗੁਰਦੁਆਰੇ ਤੋਂ ਲੰਗਰ ਪਾਣੀ ਚੱਲਦਾ ਰਿਹਾ। ਕਿੱਥੇ ਨੇ ਹੁਣ ਉਹ ਲੋਕ? ਸਾਰੇ ਹਿੰਦੁਸਤਾਨ 'ਚ ਜੇ ਇਕੱਲੇ ਨਾਰਥ ਇੰਡੀਆ 'ਚ ਮੂਵਮੈਂਟ ਦਿਖਦੀ ਆ, ਤੇ ਬਾਕੀ ਭਾਰਤ ਕਿਉਂ ਸੁੱਤਾ ਪਿਆ, ਜਿਨ੍ਹਾਂ ਦੇ ਉੱਤੇ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਹੀ ਬੜੇ ਜ਼ੁਲਮ ਕੀਤੇ ਆ, ਉਹ ਕਿਉਂ ਨਹੀਂ ਇਹਨਾਂ ਦੇ ਗਲ ਹੱਕ 'ਚ ਆ ਕੇ ਖੜੇ ਹੁੰਦੇ? ਕਿੱਥੇ ਆ ਭਾਰਤ ਦੀ ਸਿਵਲ ਸੁਸਾਇਟੀ ਜਿਹੜੀ ਜੰਤਰ ਮੰਤਰ ਤੇ ਨਿੱਕੀ ਜੀ ਗੱਲ ਤੋਂ ਪਹੁੰਚ ਜਾਂਦੇ ਝੰਡੀਆਂ ਫੜ ਕੇ ਤੇ ਮੋਮਬੱਤੀਆਂ ਜਗਾਉਣ? ਅੱਜ ਕਿੱਥੇ ਨੇ ਉਹ ਲੋਕ? ਕਿਉਂ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ ਕਿਸਾਨਾਂ ਦਾ ਇਹ ਦੁੱਖ ਸਾਰਾ? ਉਹ ਜਿਹੜਾ ਸ਼ਹਿਰੀ ਵਰਗ ਹੈ, ਜਿਹੜਾ ਵਾਈਟ ਕਾਲਰ ਲੋਕ ਨੇ, ਜਦੋਂ ਨਿੱਕੀ ਜੀ ਕੋਈ ਘਟਨਾ ਜਿੱਦਾਂ ਰੇਪ ਦੀ ਘਟਨਾ ਹੋਈ ਸੀ ਤੇ ਜਿਸ ਤਰੀਕੇ ਨਾਲ ਸਾਰਾ ਭਾਰਤ ਨੂੰ ਜਗਾਉਣ ਦਾ ਕੰਮ ਕੀਤਾ ਸੀਗਾ, ਉਹ ਕਿੱਥੇ ਨੇ? ਸਿਵਲ ਸੁਸਾਇਟੀ ਕਿੱਥੇ ਆ? ਸੀਏ ਦਾ ਮੋਰਚਾ ਲੱਗਿਆ, ਉਦੋਂ ਉਹ ਲੋਕ ਕਿੱਥੇ ਸੀਗੇ? ਤੇ ਕਿਉਂ ਇਸ ਤਰ੍ਹਾਂ ਦਾ ਵਿਹਾਰ ਆ ਕਿ ਜਿਹਦੇ ਉੱਤੇ ਬਣੀ ਆ ਉਹ ਚੱਲਦਾ ਰਵੇ ਤੇ ਬਾਕੀ ਲੋਕ ਖੜੇ ਨਹੀਂ ਹੋਣਗੇ? ਤੇ ਕੱਲ ਨੂੰ ਜਦੋਂ ਉਹਨਾਂ ਤੇ ਬਣੇਗੀ ਫਿਰ ਉਹਨਾਂ ਦੇ ਹੱਕ 'ਚ ਕੌਣ ਖੜਾ ਹੋਏਗਾ? ਦੇਖੋ, ਪਹਿਲੀ ਜਿਹੜੀ ਗੱਲ ਤੁਸੀਂ ਕਰਦੇ ਜੇ ਨਾ ਕਿਰਦਾਰ ਦੀ ਗੱਲ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ। ਉਹਨਾਂ ਦੇ ਕਿਰਦਾਰ ਨੂੰ ਮੈਂ ਜਾਣਦਾ ਹਾਂ, ਪਰ ਆਪਾਂ ਇਹ ਜਿਹੜੀ ਵਿਸ਼ੇਸ਼ ਘਟਨਾ ਵਾਪਰੀ ਆ ਉਹਦੇ ਸੰਦਰਭ 'ਚ ਗੱਲ ਕਰਦੇ ਹਾਂ। ਇਸ ਵੇਲੇ ਜਿਹੜਾ ਵੀ ਉਹਦੇ ਹੱਕ 'ਚ ਖੜਦਾ ਆ, ਉਹ ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਹਦੇ ਨਾਲ ਉਹਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਦੀ ਤਾਕਤ ਵੱਧਦੀ ਆ। ਸੋ ਇਹ ਮੇਰੀ ਪਰਸਨਲ ਆਬਜ਼ਰਵੇਸ਼ਨ ਹੈਗੀ ਆ, ਮੇਰਾ ਇਹ ਪਰਸਨਲ ਵਿਚਾਰ ਆ ਕਿ ਲੰਮੇ ਚੌੜੇ ਐਨਾਲਿਸਿਸ ਕਰਨ ਦੀ ਬਜਾਏ ਇਹ ਵੇਖਣਾ ਇਹ ਚਾਹੀਦਾ ਆ ਕਿ ਅੱਜ ਦੀ ਤਰੀਕ ਦੇ ਵਿੱਚ, ਮੈਂ ਪਹਿਲਾਂ ਹੀ ਕਿਹਾ ਹੈਗਾ ਕਿ ਹਰ ਇੱਕ ਦਾ ਕੋਈ ਮੁਫਾਦ ਹੁੰਦਾ, ਪਰ ਉਹ ਮੁਫਾਦ ਕੀ ਇਸ ਲਹਿਰ ਦੇ ਵਿੱਚ ਕੁਝ ਪੋਜ਼ਿਟਿਵ ਕੰਟਰੀਬਿਊਟ ਕਰਦਾ? ਸੋ ਇੱਕ ਇਹ ਵੇਖਣ ਵਾਲੀ ਗੱਲ ਜਿਹੜੀ ਆ ਉਹ ਇਹ ਹੈਗੀ ਆ। ਜਿਹੜੀ ਗੱਲ ਇਹ ਆ ਵੀ ਸਾਰੇ ਦੇਸ਼ ਦੇ ਲੋਕ ਕਿਉਂ ਨਹੀਂ ਉੱਠੇ, ਇਹਦੇ ਵਿੱਚ ਡੈਮੋਕ੍ਰੈਟਿਕ ਲਹਿਰ ਦੀ ਜਿਹੜੀ ਆ ਕਮਜ਼ੋਰੀ ਆ ਕਿ ਸਾਰੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਕਰਾਇਆ ਜਾ ਸਕਿਆ। ਤੇ ਮੈਂ ਇਹਨੂੰ ਪੋਜ਼ਿਟਿਵਲੀ ਦੇਖਦਾ ਕਿ ਪੰਜਾਬ 'ਚੋਂ ਉੱਠੀ ਕਿਸਾਨ ਲਹਿਰ ਜਿਹੜੀ ਆ ਉਹ ਲਗਭਗ ਸਾਰੇ ਦੇਸ਼ ਦੇ ਵਿੱਚ ਫੈਲੀ ਆ, ਬਲਕਿ ਸਾਰੀ ਦੁਨੀਆ ਦੇ ਵਿੱਚ ਫੈਲੀ ਆ। ਇੰਨੀ ਚੇਤਨਤਾ ਅਜੇ ਗਿੱਲ ਸਾਹਿਬ ਲੋਕਾਂ ਦੇ ਵਿੱਚ ਨਹੀਂ ਭਰੀ ਜਾ ਸਕੀ ਕਿ ਉਹ ਜਿੱਦਾਂ ਉਹ ਪ੍ਰੇਮੀ ਇੱਕ ਦੂਜੇ ਨੂੰ ਕਹਿੰਦੇ ਆ ਨਾ ਵੀ ਤੈਨੂੰ ਤਾਪ ਚੜੇ ਮੈਂ ਹੋਊਂਗਾ, ਇੰਨੀ ਚੇਤਨਤਾ ਜਿਹੜੀ ਆ ਉਹ ਨਹੀਂ ਆ ਸਕੀ ਕਿ ਇੱਕ ਨੂੰ ਤਾਪ ਚੜੇ ਤੇ ਦੂਜਾ ਜਿਹੜਾ ਉਹ ਹੋਊਗੇ, ਯਾਨੀ ਉਹਦਾ ਦਰਦ ਮਹਿਸੂਸ ਕਰੇ। ਇਹ ਡੈਮੋਕ੍ਰੈਟਿਕ ਲਹਿਰ ਦੀ ਕਮਜ਼ੋਰੀ ਆ। ਇਹ ਜਿਹੜੇ ਇਸ ਵੇਲੇ ਕਿਸਾਨ ਸੰਘਰਸ਼ ਕਰ ਰਹੇ ਆ ਉਹਨਾਂ ਦੀ ਕਮਜ਼ੋਰੀ ਨਹੀਂ ਹੈ। ਔਰ ਇਹਦੇ ਬੜੇ ਵੱਡੇ ਕਾਰਨ ਨੇ ਕਿ ਜਿਹੜਾ ਕਾਰਪੋਰੇਟ ਸੈਕਟਰ ਆ, ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸੈਲਫਿਸ਼ਨੈਸ ਆ ਉਹ ਕਿੱਦਾਂ ਭਰਦਾ ਆ, ਲੋਕਾਂ ਨੂੰ ਸੈਲਫ ਸੈਂਟਰਡ ਕਿੱਦਾਂ ਬਣਾਉਂਦਾ ਆ। ਅਸੀਂ ਇੱਥੇ ਬੜੇ ਤੰਗ ਹੁੰਦੇ ਆ ਜਦੋਂ ਇਹ ਕਹਿੰਦੇ ਆ ਵੀ ਜਿਹੜੇ ਬਜ਼ੁਰਗ ਆ ਜੀ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਕੋਈ ਕਦਰ ਹੀ ਨਹੀਂ ਕਰਦੇ। ਉਹ ਇਸ ਕਰਕੇ ਅਸੀਂ ਦੁਖੀ ਹੁੰਦੇ ਆ ਕਿ ਅਸੀਂ ਫਿਊਡਲ ਸੁਸਾਇਟੀ 'ਚੋਂ ਆਏ ਆ ਜਿੱਥੇ ਬੱਚੇ ਜਿਹੜੇ ਆ ਉਹ ਆਗਿਆਕਾਰ ਹੁੰਦੇ ਆ। ਔਰ ਜਿਹੜਾ ਕਾਰਪੋਰੇਟ ਸੈਕਟਰ ਆ, ਜਿਹੜਾ ਆਪਣਾ ਕੈਪੀਟਲਿਸਟ ਸਿਸਟਮ ਆ, ਉਹ ਇੰਡੀਵਿਜੂਅਲਿਜ਼ਮ ਇੰਨਾ ਭਰ ਦਿੰਦਾ ਬੰਦੇ 'ਚ। ਅਸੀਂ ਆਪ ਆਪਣੇ ਘਰਾਂ 'ਚ ਦੇਖਦੇ ਨਹੀਂ, ਨਿੱਕੇ ਨਿੱਕੇ ਨਿਆਣੇ ਕਹਿੰਦੇ ਆ ਦਿਸ ਇਜ਼ ਮਾਈ ਰੂਮ, ਦਿਸ ਇਜ਼ ਮਾਈ ਥਿੰਗ, ਦਿਸ ਇਜ਼ ਦੈਟ ਇਜ਼ ਮਾਈ ਥਿੰਗ। ਮਾਈ ਜਿਹੜੀ ਆ ਉਹ ਭਰੀ ਆ, ਤੇ ਜਿੱਥੇ ਮਾਈ ਭਰੀ ਜਾਂਦੀ ਆ ਨਾ, ਮੀ ਉਹ ਸਮੂਹਿਕ ਚੇਤਨਾ ਜਿਹੜੀ ਹੈਗੀ ਆ ਉਹਨੂੰ ਡਿਵੈਲਪ ਨਹੀਂ ਹੋਣ ਦਿੰਦੀ। ਜਿਹੜੇ ਉਹ ਲੋਕ ਨਹੀਂ ਉੱਠ ਕੇ ਆਏ, ਉਹਦਾ ਕਾਰਨ ਗਿੱਲ ਸਾਹਿਬ ਇਹ ਆ। ਬਹੁਤ ਬਹੁਤ ਸ਼ੁਕਰੀਆ ਕਾਣੋ ਸਾਹਿਬ, ਬਹੁਤ ਤੁਸੀਂ ਕੰਮ ਦੀ ਗੱਲ ਕੀਤੀ ਅਖੀਰ 'ਚ, ਤੇ ਵੱਡੀ ਡਿਬੇਟ ਹੋ ਸਕਦੀ ਹੈ ਅੱਗੇ ਚੱਲ ਕੇ ਕਰਾਂਗੇ ਕਿ ਸਾਡੇ ਸੰਸਕਾਰਾਂ ਦੇ ਉੱਤੇ ਜਿਹੜਾ ਮੌਜੂਦਾ ਦੌਰ ਆ ਉਹ ਕਿੱਦਾਂ ਪ੍ਰਭਾਵਸ਼ਾਲੀ ਆ ਤੇ ਕਿੱਦਾਂ ਅਸੀਂ ਉਹ 'ਚ ਗਰਸੇ ਗਏ ਆ। ਕਿਉਂ ਸਾਡੇ ਨਿਆਣੇ ਸਾਡੇ ਕਹਿਣੇ 'ਚ ਨਹੀਂ, ਕਿਉਂ ਸਾਡੇ ਘਰਾਂ ਦੇ ਵਿੱਚ ਵੀ ਮੇਰੀ ਚੱਲਦੀ ਆ, ਕਿਉਂ ਇੱਕ ਸਰਬ ਸਾਂਝੀਵਾਲਤਾ ਦਾ ਜਿਹੜਾ ਸਾਰਾ ਸਿਸਟਮ ਆ ਉਹ ਤੋਂ ਅਸੀਂ ਅੱਖੋਂ ਪਰੋਖੇ ਹੋ ਰਹੇ ਆ। ਇਹ ਵੱਡੀ ਡਿਬੇਟ ਦਾ ਵਿਸ਼ਾ, ਕਿਸੇ ਦਿਨ ਆਪਾਂ ਇੱਥੇ ਵੀ ਗੱਲ ਕਰਾਂਗੇ ਜਦੋਂ ਪੋਲੀਟੀਕਲ ਗੱਲ ਨਾ ਕਰਨੀ ਹੋਈ। ਤੇ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਵੱਡਾ ਸਵਾਲ ਤੁਸੀਂ ਖੜਾ ਕੀਤਾ ਜੀ, ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ। ਵੇਖਣਾ ਨਾ ਭੁੱਲਣਾ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਵਿਦ ਟੀਵੀ ਪੰਜਾਬੀ ਦੁਨੀਆ। ਆਪਣੀ